ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਹੋਸਟ ਨੈਮ ਕਲਾਰ ਅੱਜ ਫੇਰ ਕਿਸਾਨੀ ਮੁੱਦੇ ਤੇ ਜੋ ਅੰਦੋਲਨ ਚੱਲ ਰਿਹਾ ਦਿੱਲੀ ਦੇ ਵਿੱਚ ਉਹਦੇ ਲਈ ਡਿਸਕਸ਼ਨ ਤੇ ਖਬਰਾਂ ਲੈ ਕੇ ਹਾਜ਼ਰ ਹਾਂ। ਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਫਿਰ ਤੋਂ ਜੁੜੇ ਨੇ ਗੁਰਪਿਆਰ ਭਾਜੀ, ਗੁਰਪਿਆਰ ਸਿੰਘ ਸੰਧੂ ਤੇ ਹਰਮਨ ਸਿੰਘ ਖੰਦੋਲਾ। ਸਾਡੇ ਨਾਲ ਐਕਸਪਰਟਸ ਜੁੜੇ ਨੇ, ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਤੇ ਪਲੀਜ਼ ਜੇ ਤੁਸੀਂ ਕਿਸੇ ਨੇ ਵੀ ਇੱਥੇ ਆਪਣੀ ਡਿਸਕਸ਼ਨ ਕਰਨੀ ਹੋਵੇ ਤੁਸੀਂ ਇਹ ਪਲੇਟਫਾਰਮ ਖੁੱਲਾ ਸਾਨੂੰ ਕੰਟੈਕਟ ਕਰੋ, ਤੁਸੀਂ ਆ ਕੇ ਮਿਲ ਸਕਦੇ ਹੋ, ਬੈਠ ਸਕਦੇ ਹੋ। ਦਿਸ ਇਜ਼ ਅ ਡਿਸਕਸ਼ਨ ਪਲੇਟਫਾਰਮ। ਇਹਦੇ ਤੇ ਕੋਈ ਇਨਫੋਰਮੇਸ਼ਨ ਸ਼ੇਅਰ ਕਰਨੀ ਚਾਹੁੰਦੇ ਹੋ, ਤੁਹਾਡੇ ਕੋਈ ਓਪੀਨੀਅਨਸ ਨੇ, ਤੁਹਾਡੇ ਕੋਈ ਕਮੈਂਟਸ ਨੇ ਜਾਂ ਤੁਹਾਡੇ ਕੋਲ ਕੋਈ ਨਿਊਜ਼ ਹੈ ਜਿਹੜੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਸਾਡੇ ਨਾਲ, ਜਾਂ ਸਾਨੂੰ ਕਮੈਂਟਸ ਪਾ ਕੇ ਜਾਂ ਸਾਨੂੰ ਪਰਸਨਲ ਮੈਸੇਜ ਕਰਕੇ ਫੇਸਬੁੱਕ ਤੇ ਪਲੀਜ਼ ਸਾਡੇ ਨਾਲ ਟੱਚ ਕਰ ਲਓ। ਤੇ ਹਨੀ ਵਾਲੀਆ ਸ਼ੋਜ਼ ਤੁਸੀਂ ਐਵਰੀ ਸੈਟਰਡੇ ਦੇਖ ਰਹੇ ਹੋ। ਇਹ ਸਾਡੀਆਂ ਸਪੈਸ਼ਲ ਸੀਰੀਜ਼ ਨੇ ਜੋ ਅਸੀਂ ਕਿਸਾਨ ਅੰਦੋਲਨ ਚੱਲ ਰਿਹਾ ਦਿੱਲੀ ਦੇ ਵਿੱਚ ਉਹਦੇ ਬਾਰੇ ਕਰ ਰਹੇ ਹਾਂ। ਵੈਲਕਮ ਟੂ ਦ ਸ਼ੋ ਗਾਇਜ਼, ਥੈਂਕ ਯੂ ਅਗੇਨ once again you know taking the time out and coming here and informing us with some of these things that are going on। ਤੇ ਮੈਂ ਦੱਸ ਦਵਾਂ ਸਾਰਿਆਂ ਨੂੰ ਪਤਾ ਹੀ ਆਪਾਂ ਨੂੰ ਵੀ 26 ਜਨਵਰੀ ਤੋਂ ਬਾਅਦ ਲੱਗ ਰਿਹਾ ਸੀ ਬਈ 2-4 ਦਿਨਾਂ ਦੇ ਬਾਅਦ ਵੀ ਇਹ ਮੂਵਮੈਂਟ ਖਤਮ ਹੋ ਜਾਏਗੀ ਤੇ ਹੁਣ ਲੱਗਦਾ ਵੀ 2-4 ਦਿਨਾਂ ਬਾਅਦ ਮੂਵਮੈਂਟ ਇੰਨੀ ਤੇਜ਼ ਹੋ ਚੁੱਕੀ ਆ ਜੋ ਕਿ ਪਹਿਲਾਂ ਵੀ ਮੈਨੂੰ ਲੱਗਦਾ 2-3 ਮਹੀਨੇ ਇੰਨੀ ਤੇਜ਼ ਨਹੀਂ ਸੀ ਜਾਂ ਉਹਦੇ 'ਚ ਇੰਨੀ ਉਤਸ਼ਾਹਤ ਨਹੀਂ ਸੀ ਲੋਕਾਂ ਦੇ ਵਿੱਚ, ਤੇ ਉਹ ਦੁਬਾਰਾ ਫਿਰ ਇੱਕ ਸਰਗਰਮੀਆਂ 'ਚ ਆ ਗਈ ਹੈ। ਕੀ ਕਹਿਣਾ ਭਾਜੀ ਤੁਹਾਡਾ ਇਸ ਬਾਰੇ ਗੁਰਪ੍ਰੀਤ ਭਾਜੀ? ਬਿਲਕੁਲ ਨੈਮ, ਯੂ ਆਰ ਐਬਸੋਲੂਟਲੀ ਰਾਈਟ ਵੀ ਜਿਹੜੀ 26 ਤੋਂ ਬਾਅਦ ਜਿਹੜਾ ਇੱਕਦਮ ਲੱਗਾ ਸੀ ਪਤਾ ਨਹੀਂ ਕੀ ਹੋ ਗਿਆ, ਹਾਂਜੀ ਉਸ ਤੋਂ ਬਾਅਦ ਹੁਣ ਜਿਹੜੀ ਫਾਰਮਰਸ ਪ੍ਰੋਟੈਸਟ ਆ ਹੋਰ ਅਗਰੈਸਿਵ ਹੋ ਰਿਹਾ ਤੇ ਜਿਹੜੀ ਮਤਲਬ ਕਹਿ ਲਓ ਵੀ ਫਿਲਟਰੇਸ਼ਨ ਹੋਣੀ ਸੀ ਹਾਂਜੀ ਉਹ ਸਾਰੀ ਪ੍ਰੋਟੈਸਟ ਦੇ ਵਿੱਚੋਂ ਹੋ ਗਈ ਹੈ। ਨਾਓ ਇਟਸ ਕਲੀਨ ਐਂਡ ਐਵਰੀਥਿੰਗ ਇਜ਼ ਮੂਵਿੰਗ ਫਾਰਵਰਡ ਵਿਦ ਫੁੱਲ ਫੋਰਸ। ਤੇ ਜਿਹੜੀ ਅੱਜ ਇੱਕ ਬੜੀ ਇੰਟਰਸਟਿੰਗ ਗੱਲ ਹੋਰ ਮੈਂ ਸ਼ੇਅਰ ਕਰਨਾ ਚਾਹੁੰਦਾ ਵੀ ਮੇਰਾ ਬੇਟਾ ਛੋਟਾ ਉਹ ਹੈਗਾ ਗ੍ਰੇਡ 3 'ਚ, ਅੱਛਾ, ਉਹਨੂੰ ਵੀ ਪੜ੍ਹਾਇਆ ਜਾ ਰਿਹਾ ਵੀ ਇੰਡੀਆ ਦੇ ਵਿੱਚ ਪ੍ਰੋਟੈਸਟ ਕਿਵੇਂ ਹੋ ਰਿਹਾ ਐਂਡ ਅ ਮੈਸਿਵ ਸਟ੍ਰਾਈਕ ਇਨ ਇੰਡੀਆ। ਇੰਟਰਨੈਸ਼ਨਲ ਕੋਈ ਉਹਦੇ ਟੀਚਰ ਨੇ ਉੱਥੋਂ ਕੈਨੇਡੀਅਨ ਨੇ, ਉਹ ਪ੍ਰਿੰਟ ਆਊਟ ਲਿਆ, ਉਹਨੂੰ ਕਿਹਾ ਰੀਡ ਕਰੋ ਐਂਡ ਦੈਨ देयर वर ਕੁਐਸਚਨਸ ਟੂ ਬੀ ਆਨਸਰਡ। ਤੇ ਮੀਨਸ ਐਵਰੀਬਾਡੀ ਇਜ਼ ਕੰਸਰਨਡ ਅਬਾਊਟ ਦਿਸ, ਐਵਰੀਬਾਡੀ ਇਜ਼ ਕੰਸਰਨਡ। ਤੇ ਹਰਮਨ ਆਪਾਂ ਕਿਤੇ ਨਾ ਕਿਤੇ ਗੱਲ ਕੀਤੀ ਸੀ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਜੋ ਅੰਦੋਲਨ ਹੈ ਇਹ ਚਾਹੇ ਇੱਥੋਂ ਦੀਆਂ ਕੋਈ ਸੰਸਥਾਵਾਂ ਨੇ, ਚਾਹੇ ਉਹ ਖੇਤੀਬਾੜੀ ਨਾਲ ਜੁੜੀਆਂ ਨੇ ਜਾਂ AUP ਜਾਂ ਹੋਰ ਕੋਈ ਵੀ ਕਿਤੇ ਹੈ, ਉਹ ਕਿਤੇ ਨਾ ਕਿਤੇ ਦੇਖ ਕੇ ਇਸ ਚੀਜ਼ ਨੂੰ ਮੈਸੇਜ ਜ਼ਰੂਰ ਲੈਣਗੀਆਂ ਵੀ 2020 ਦੇ ਵਿੱਚ ਇਹ ਚੀਜ਼ ਹੋਈ ਸੀ ਤੇ ਆ ਹੋ ਰਹੀ ਹੈ। ਉਹ ਕਿਤੇ ਨਾ ਕਿਤੇ ਮਿਸਾਲ ਬਣੇਗੀ, ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਐਗਜ਼ਾਮਪਲ ਬਣੇਗੀ। ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਹਰਮਨ, ਇਹ ਰਾਈਟ ਔਨ ਪੁਆਇੰਟ, ਰਾਈਟ? ਤੁਸੀਂ ਹਾਂਜੀ ਕਿ ਪਿਛਲੀ ਵਾਰੀ ਅਸੀਂ ਸ਼ੇਅਰ ਕੀਤਾ ਸੀ ਕਿ ਜਿਹੜਾ ਅਲਬਰਟਾ ਯੂਨੀਅਨ ਆਫ ਪ੍ਰੋਵਿੰਸ਼ੀਅਲ EMPLOYEES, ਜਿਹੜਾ ਅਲਬਰਟਾ ਕੈਨੇਡਾ ਦੇ ਵਿੱਚ ਸਭ ਤੋਂ ਜਿਹੜਾ ਵੱਡਾ ਪਬਲਿਕ ਸੈਕਟਰ ਦੀ ਜਿਹੜੀ ਯੂਨੀਅਨ ਆ, ਉਹਨਾਂ ਨੇ ਆਪਣੇ ਜਿਹੜੇ ਮੈਂਬਰਾਂ ਨੂੰ ਇੱਕ ਭੇਜਿਆ ਸੀ ਲੀਫਲੇਟ। ਉਹਨਾਂ ਨੇ ਮੈਸੇਜ ਭੇਜਿਆ ਕਿ ਜਿਹੜਾ ਅੰਦੋਲਨ, ਜਿਹੜਾ ਸੰਘਰਸ਼ ਇੰਡੀਆ ਦੇ ਵਿੱਚ ਕਿਸਾਨ ਅੰਦੋਲਨ ਆ, ਕਿ ਇਹ ਤੋਂ ਅਸੀਂ ਕਈ ਚੀਜ਼ਾਂ ਸਿੱਖ ਸਕਦੇ ਹਾਂ ਕਿ ਤੁਸੀਂ ਕਿੱਦਾਂ ਆਪਣਾ ਇੱਕ ਮੋਰਚਾ ਕਰਨਾ, ਕਿੱਦਾਂ ਸਰਕਾਰਾਂ ਦੇ ਵਿਰੋਧ ਤੁਸੀਂ ਪ੍ਰੋਟੈਸਟ ਕਰਨਾ ਆ। ਤੇ ਹੁਣ ਦੇਖੋ ਕਿ ਸਾਡੇ ਬੱਚਿਆਂ ਤੱਕ ਸਾਡੇ ਇਹਦੇ ਪਬਲਿਕ ਸਕੂਲ ਦੇ ਵਿੱਚ ਪੜ੍ਹਾਇਆ ਜਾਂਦਾ ਕਿ ਇੱਕ ਜਿਹੜਾ ਦ ਲਾਰਜੈਸਟ ਪ੍ਰੋਟੈਸਟ, ਕਿ ਉਹਦੇ ਬਾਰੇ ਹੁਣ ਲਾਈਕ ਇੱਥੇ ਦੇ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਸਕੂਲਾਂ ਦੇ ਵਿੱਚ ਕਿ ਤੁਸੀਂ ਕਿਸ ਤਰੀਕੇ ਨਾਲ ਪ੍ਰੋਟੈਸਟ ਕਰਨਾ ਹੈ, ਪ੍ਰੋਟੈਸਟ ਦਾ ਕੀ ਉੱਥੇ ਕੀ ਚੱਲ ਰਿਹਾ ਹੈ, ਕਿ ਇੱਕ ਹਿਸਟਰੀ ਇਤਿਹਾਸ ਬਣ ਰਿਹਾ ਕਿ ਦੁਨੀਆ ਦੇ ਤੱਕ ਉਹ ਇਤਿਹਾਸ ਬਣ ਰਿਹਾ ਕਿ ਜਿਹੜਾ ਕਿਸਾਨ ਮੋਰਚਾ, ਜਿਹੜਾ ਦੇ ਵਿੱਚ ਕਈ ਬੰਦੇ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਆ ਸ਼ਾਮਲ ਆ, ਕਿ ਤੁਹਾਡੀ ਮਿਹਨਤ ਆ ਕਿ ਉਹ ਦੁਨੀਆ ਤੱਕ ਪਹੁੰਚੀ ਆ, ਦੁਨੀਆ ਦੇ ਯੂਨੀਅਨ ਤੱਕ ਪਹੁੰਚੀ ਆ, ਬੱਚਿਆਂ ਤੱਕ ਪਹੁੰਚੀ ਆ, ਹਰ ਘਰ ਇਹ ਗੱਲ ਪਹੁੰਚੀ ਆ। ਸੋ ਉਸ ਚੀਜ਼ ਦਾ ਅੰਡਰਸਟੈਂਡ ਕਰੋ ਕਿ ਸਾਰੇ ਤੁਹਾਡੇ ਸਾਥ ਸਾਰੇ ਖੜੇ ਆ, ਤੁਹਾਡੇ ਸਾਥ ਦਿੰਦੇ ਆ, that there is people are watching you। ਜਿਹੜੀ ਦੁਨੀਆ ਦੇ ਆਖਿਆ ਉਹ ਤੁਹਾਡੇ ਤੇ ਇਸ ਟਾਈਮ ਤੇ। if I can add something, ਜਿਵੇਂ ਹੋਰ ਇੱਕ ਚੀਜ਼ ਐਡ ਕਰਦਾ, ਕਿਉਂਕਿ ਇਹ ਜਿਹੜਾ ਮੈਂ ਆਰਟੀਕਲ ਦੀ ਗੱਲ ਕਰ ਰਿਹਾ ਜਿਹੜਾ ਉੱਥੇ ਸਕੂਲ 'ਚ ਪੜ੍ਹਾਇਆ ਜਾ ਰਿਹਾ ਬੜਾ ਸਿੰਪਲ ਵੀ ਮੰਡੀ ਸਿਸਟਮ ਕੀ ਆ, ਰੀਫਾਰਮਸ ਕੀ ਆ, ਮਿਸਟਰ ਮੋਦੀ's ਪੋਜੀਸ਼ਨ ਕੀ ਆ, ਲੈਂਡ ਗ੍ਰੈਬ ਵਰੀਜ਼। ਸੋ ਛੋਟੇ ਛੋਟੇ ਜਿਹੇ ਆਰਟੀਕਲ ਨੇ ਬੱਚਿਆਂ ਨੂੰ ਪੜ੍ਹਨ ਵਾਸਤੇ। ਪਰ ਜਿਹੜੀ ਅੱਜ ਬੜੀ ਇਨੋਸੈਂਟ ਗੱਲ ਜੀ ਉਹਨੇ ਕੀਤੀ ਬੇਟੇ ਨੇ, ਹਾਂਜੀ, ਉਹ ਸਾਰਾ ਹੁਣ ਪਤਾ ਵੀ ਮਾਹੌਲ ਐਸਾ ਬਣਿਆ ਹੋਇਆ ਕੀ ਚੱਲ ਰਿਹਾ ਸਪੈਸ਼ਲੀ ਆਫਟਰ 26 ਤੇ ਉਹ ਮੈਨੂੰ ਪੁੱਛ ਰਿਹਾ ਸੀ ਵੀ ਪਾਪਾ ਵੀ ਕਿਵੇਂ ਹੋ ਰਿਹਾ ਉੱਥੇ ਵੀ ਉਹ ਜਿਹੜੇ ਫਾਰਮਰਸ ਨੇ ਉਹ ਉੱਥੇ ਕਿੱਥੇ ਸਲੀਪ ਕਰਦੇ ਨੇ। ਹਾਂਜੀ, ਹੁਣ ਕੈਨੇਡੀਅਨ ਦੇ ਬੋਰਨ ਨੇ ਇਨੋਸੈਂਟ ਨੇ, ਮੈਂ ਕਿਹਾ ਵੀ ਉੱਥੇ ਸਟਰੀਟਸ ਤੇ ਕਰ ਰਹੇ ਨੇ, ਉਹਨਾਂ ਕੋਲ ਟੈਂਟਸ ਹੈਗੇ ਨੇ, ਦੇ ਆਰ ਮੈਨੇਜਿੰਗ। ਤੇ ਫਿਰ ਉਹਨੂੰ ਪੁੱਛਿਆ ਵੀ ਕੋਲਡ ਕਿੰਨਾ ਕੁ ਉੱਥੇ, ਮੈਂ ਕਿਹਾ ਇੰਨਾ ਤੇ ਨਹੀਂ ਹੈਗਾ -15-20 ਬਟ ਇਟਸ ਨਾਟ ਬੀਅਰੇਬਲ। ਜੇ ਤੁਸੀਂ ਬਾਹਰ ਸੌਂਦੇ ਜੇ ਇਟਸ ਨਾਟ ਈਜ਼ੀ ਟੂ ਸੇ। ਤੇ ਫਿਰ ਕਹਿੰਦਾ ਵੀ ਕੋਈ ਕਿਸੇ ਡੈਥ ਵੀ ਹੋ ਗਈ। ਮੈਂ ਕਿਹਾ ਵੀ ਆਲਮੋਸਟ ਕਲੋਜ਼ਰ ਟੂ 200 ਪੀਪਲ ਡਾਈਡ, ਰਾਈਟ? ਉਹਨਾਂ ਵਿੱਚੋਂ ਫਿਰ ਉਹਨੇ ਮੈਨੂੰ ਅਲਟੀਮੇਟ ਕੁਐਸਚਨ ਪੁੱਛਿਆ, ਕਹਿੰਦਾ ਵੀ
Papa, do you think Modi is a nice person? ਮੈਂ ਕਿਹਾ ਜੀ ਅਜੇ ਮੈਂ ਆਨਸਰ ਕੀਤਾ ਨਹੀਂ ਸੀ, ਉਹ ਆਪ ਹੀ ਕਰਤਾ ਉਹਨੇ, ਕਹਿੰਦਾ I don't think so, ਵੀ 200 ਬੰਦੇ ਮਰ ਗਏ ਨੇ। This is the kind of innocence coming out from the mouth of a child। ਤੇ ਉਹ ਇਹੀ ਗੱਲ ਮੈਂ ਹੁਣ ਆਪਾਂ ਕਰੀਏ ਤਾਂ ਕਿਤੇ ਨਾ ਕਿਤੇ ਜਦੋਂ ਬੱਚੇ ਸਕੂਲ 'ਚ ਪੜ੍ਹ ਰਹੇ ਸੀ, ਟਰੰਪ ਕੁਝ ਚੀਜ਼ਾਂ ਕਰ ਰਿਹਾ ਸੀਗਾ, ਉਹ ਉਦੋਂ ਵੀ ਬੱਚੇ ਪੁੱਛ ਰਹੇ ਸੀ ਵੀ ਕੀ ਉਹ ਰੇਸਿਸਟ ਆ, ਕੀ ਉਹ ਜਿਵੇਂ ਕਹਿੰਦੇ ਆ ਵੀ ਆਪਦੀ ਕੰਟਰੀ ਬਾਰੇ ਜਾਂ ਸਿਟੀਜ਼ਨਸ ਬਾਰੇ ਖਿਆਲ ਨਹੀਂ ਰੱਖ ਰਿਹਾ, ਚਾਹੇ ਆਪਾਂ ਕੋਵਿਡ ਨੂੰ ਲੈ ਕੇ ਹੋਈਏ ਜਾਂ ਉਦੋਂ ਪਹਿਲਾਂ ਕੋਈ ਲਾਈਫਸ ਬਾਰੇ ਜਦ ਲੂਟਿੰਗ ਹੋਈ ਜਾਂ ਨੈਸ਼ਨਲ ਗਾਰਡ ਆਇਆ, ਉਦੋਂ ਵੀ ਇਹ ਕੁਐਸਚਨ ਸੇਮ ਉੱਠੇ ਗਏ। ਤੇ ਇੱਕ ਗੱਲ ਮੈਂ ਹੋਰ ਕਹਿੰਦਾ, ਬਹੁਤ ਵਧੀਆ ਗੱਲ ਹੈ ਪਬਲਿਕ ਸਕੂਲਾਂ ਦੇ ਵਿੱਚ ਇੱਥੇ ਇਹ ਚੀਜ਼ਾਂ ਪੜ੍ਹਾਈਆਂ ਨੇ, ਕਿਉਂ ਕਿਤੇ ਨਾ ਕਿਤੇ ਬੱਚਿਆਂ ਨੂੰ ਹੁੰਦਾ ਸੀ ਵੀ ਅਸੀਂ ਮੰਨ ਲਓ ਕੋਈ ਪੁਰਾਣੇ ਅੰਦੋਲਨ ਬਾਰੇ ਜਾਂ ਕੋਈ ਹੋਰ ਚੀਜ਼ਾਂ ਬਾਰੇ ਕਿਉਂ, ਹਿਸਟਰੀ ਬਾਰੇ ਕਿਉਂ ਪੜ੍ਹ ਰਹੇ ਹਾਂ। ਸੋ ਬਹੁਤ ਵਧੀਆ ਗੱਲ ਆ ਵੀ ਅੱਜ ਚਲੋ ਇਹ ਅੰਦੋਲਨ ਆਪਣਾ ਕਿਤੇ ਨਾ ਕਿਤੇ ਹਿਸਟਰੀ ਵਿੱਚ ਲਿਖਿਆ ਗਿਆ ਆਲਰੇਡੀ, ਤੇ ਇਹਦੇ ਬਾਰੇ ਪੜ੍ਹਾਈਆਂ ਕੀਤੀਆਂ ਜਾ ਰਹੀਆਂ ਨੇ, ਕਿਤਾਬਾਂ ਲਿਖੀਆਂ ਜਾਣਗੀਆਂ ਤੇ ਜਵਾਕਾਂ ਨੂੰ ਪੜ੍ਹਨ ਨੂੰ ਮਿਲੂਗਾ। ਬਹੁਤ ਵਧੀਆ ਐਗਜ਼ਾਮਪਲ ਸੈੱਟ ਕੀਤੀ ਆ, ਤੇ ਇਸੇ ਕਰਕੇ ਮੇਰਾ ਓਪੀਨੀਅਨ, ਮੇਰੇ ਨਾਲ ਜੋ ਐਕਸਪਰਟਸ ਬੈਠੇ ਨੇ ਜਾਂ ਹੋਰ ਲੋਕਾਂ ਨਾਲ ਮੈਂ ਗੱਲ ਕੀਤੀ ਆ, ਸਾਡਾ ਇਹੀ ਮੰਨਣਾ ਵੀ ਤੁਸੀਂ ਇਸ ਮੁੱਦੇ ਨਾਲ ਜੁੜੇ ਰਹੋ। ਇਸ ਮੁੱਦੇ ਤੋਂ ਆਪਾਂ ਭਟਕਣਾ ਨਹੀਂ। ਆਪਣੀ ਲੜਾਈ ਮਾਨੇ ਕਿਸਾਨਾਂ ਦੀ, ਮਜ਼ਦੂਰਾਂ ਦੀ, ਬਿਜ਼ਨਸਮੈਨਾਂ ਦੀ, ਜੋ ਇਸ ਐਗਰੀਕਲਚਰ ਸੈਕਟਰ ਨਾਲ ਰਿਲੇਟਡ ਆ, ਆਪਣੀ ਲੜਾਈ ਕਾਲੇ ਕਾਨੂੰਨਾਂ, ਉਹ ਬਿਲਸ ਨਾਲ ਆ ਤੇ ਸਿੱਧੀ ਸਰਕਾਰ ਨਾਲ ਆ ਜਿਨ੍ਹਾਂ ਨੇ ਪਾਸ ਕੀਤੇ ਨੇ ਤੇ ਹਜੇ ਇਹਨਾਂ ਨੂੰ ਵਾਪਸ ਨਹੀਂ ਰਹੇ। ਆਪਾਂ ਇਸ ਮੁੱਦੇ ਤੋਂ ਭਟਕਣਾ ਨਹੀਂ, ਕੋਸ਼ਿਸ਼ ਕਰਨੀ। ਆਪਾਂ ਕਈ ਵਾਰੀ ਨਹੀਂ ਹੁੰਦਾ, ਆਪਾਂ ਕੋਸ਼ਿਸ਼ ਕਰਨੀ ਹੈ ਵੀ ਆਪਾਂ ਉਸ ਬੜੇ ਮੁੱਦੇ ਨਾਲ ਜੁੜੇ ਰਹੀਏ ਤਾਂ ਕਿ ਆਪਣਾ ਉਹ ਮੁੱਦਾ ਕਾਮਯਾਬ ਹੋ ਜਾਵੇ, ਆਪਾਂ ਉਹ 'ਚ ਸਕਸੈਸਫੁਲ ਹੋ ਚੁੱਕੀ ਆਪਣੀ ਜਿਹੜੀ ਮੂਵਮੈਂਟ ਆ ਉਹਨੂੰ ਆਪਾਂ ਇੱਕ ਉਸ ਪੜਾਅ ਤੇ ਲੈ ਜਾਈਏ ਜਿੱਥੇ ਉਹ ਸਕਸੈਸਫੁਲ ਹੋ ਕੇ ਕਿਤਾਬਾਂ ਦੇ ਵਿੱਚ ਆਵੇ, ਨਾ ਕਿ ਅਨਸਕਸੈਸਫੁਲ ਹੋ ਕੇ। ਸੋ ਉਸ ਗੱਲ ਦਾ ਧਿਆਨ ਰੱਖੋ। ਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਭਾਜੀ, ਵੀ ਇਹ ਲੋਕੀ ਇਸ ਵਾਰੀ ਕਿਤੇ ਨਾ ਕਿਤੇ ਭਟਕ ਜਾਂਦੇ ਨੇ ਤੇ ਉਹਨਾਂ ਨੂੰ ਉਹ ਮੁੱਦੇ ਦਾ ਖਿਆਲ ਰੱਖਣਾ ਚਾਹੀਦਾ। ਬਿਲਕੁਲ, ਦੇਖੋ ਇਹ ਫੋਕਸ ਸਿਰਫ ਤੇ ਸਿਰਫ ਜਿਹੜਾ ਫਾਰਮ ਬਿਲਸ ਦੇ ਇਸ਼ੂਜ਼ ਜਿਹੜੇ ਹੈਗੇ ਨੇ ਉਹਨਾਂ ਤੇ ਚਾਹੀਦਾ। ਬਿਲਕੁਲ, ਮੈਂ ਤੁਹਾਨੂੰ ਇੱਕ I like having Paji here. Come so prepared with some, backed up and all. I like this. No, this just came to me. And at 29th January ਨੂੰ ਲਿਖੀ ਆ। It is an open letter to the President and Supreme Commander of the Armed Forces of India। ਇਹ ਲਿਖੀ ਆ Admiral L. Ramdas retired, former Chief of Naval Staff। ਅੱਛਾ ਜੀ, ਇਹ ਓਪਨ ਲੈਟਰ ਲਿਖੀ ਉਹਨੇ। ਹਾਂਜੀ, ਇਹਦੇ ਚ ਉਹ ਮਤਲਬ ਉਹਨੇ ਵਰੀ ਆਪਣੀ ਐਕਸਪ੍ਰੈਸ ਕੀਤੀ ਹੈ, ਪਲੱਸ ਉਹਨੇ ਫਾਰਮੂਲਾ ਦਿੱਤਾ। ਹਾਂਜੀ, ਉਹ ਕਹਿੰਦਾ ਵੀ ਪਹਿਲੋਂ ਤੇ ਤਿੰਨੇ ਜਿਹੜੇ ਫਾਰਮ ਲਾਜ਼ ਨੇ ਰੀਪੀਲ ਕੀਤੇ ਜਾਣ ਤਾਂ ਕਿ ਕਿਸਾਨ ਲੀਡਰਸ ਆਪਣੇ ਘਰਾਂ ਨੂੰ ਜਾਣ, ਸਾਰੇ ਲੋਕੀ ਘਰਾਂ ਨੂੰ ਜਾਣ। ਹਾਂਜੀ, ਫਿਰ ਤੁਸੀਂ ਸਾਰਿਆਂ ਨੂੰ ਬੁਲਾਓ, ਡਿਸਕਸ਼ਨ ਕਰੋ ਤੇ ਦੈਨ ਮੂਵ ਫਾਰਵਰਡ। ਹਾਂਜੀ, ਹੋਰ ਚੀਜ਼ ਉਹਨੇ ਜਿਹੜੀ ਬੜੀ ਇੰਟਰਸਟਿੰਗ ਲਿਖੀ ਆ, ਇਹ ਪਹਿਲਾ ਇਨਸਾਨ ਆ ਜਿਹਨੇ ਇੰਡੀਪੈਂਡੈਂਸ ਵੇਲੇ, ਹਾਂਜੀ ਇੰਡੀਆ ਦੇ ਇੰਡੀਪੈਂਡੈਂਟ ਹੋਇਆ, ਪਹਿਲੇ ਪਬਲਿਕ ਡੇ ਤੇ ਵੀ ਸੀ। ਅੱਛਾ, ਆ ਵੀ ਦੇਖਿਆ, ਹੀ 7 years of wow, ਠੀਕ ਹੈ। ਹਾਂਜੀ, ਐਂਡ ਫਾਰਮਰ ਚੀਫ ਆਫ ਨੇਵਲ ਫੋਰਸਿਸ। ਤੇ ਇੱਕ ਚੀਜ਼ ਜਿਹੜੀ ਉਹਨੇ ਲਿਖੀ ਹੈ, ਉਹਨੇ ਮੀਡੀਆ ਨੂੰ ਬਹੁਤ ਜਿਹੜਾ ਨੈਸ਼ਨਲ ਮੀਡੀਆ ਉਹਦੇ ਅਗੇਂਸਟ ਉਹਨੇ ਬਹੁਤ ਲਿਖਿਆ ਵੀ ਇਹਨਾਂ ਨੂੰ ਰੋਕਿਆ ਜਾਵੇ, ਵੀ ਇਹ ਜਿਹੜਾ ਪ੍ਰੋਵੋਕੇਸ਼ਨ ਹੋ ਰਹੀ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਨੈਸ਼ਨਲ ਮੀਡੀਆ ਕਹਿਣਾ ਬੰਦ ਕਰ ਦਿਓ। ਕੱਲਾ ਮੀਡੀਆ ਕਹੋ, ਕਿਉਂਕਿ ਉਹ ਦੇਰ ਨਾਟ ਨੈਸ਼ਨਲ ਮੀਡੀਆ, ਉਹਦਾ ਨੈਸ਼ਨਲ ਇੰਟਰਸਟ ਕੋਈ ਨਹੀਂ ਹੈ, ਉਹ ਤਾਂ ਸਿਰਫ ਇੱਕ ਬਿਗ ਕਾਰਪੋਰੇਸ਼ਨ। ਐਂਡ ਉਹਨੇ 26 ਤੇ ਸਪੈਸੀਫਿਕਲੀ ਲਿਖਿਆ ਵੀ ਨੈਸ਼ਨਲ ਮੀਡੀਆ ਨੂੰ 26 ਦੀ ਆਕੂਪੇਸ਼ਨ ਆਫ ਲਾਲ ਕਿਲਾ ਉਹ ਤੇ ਦਿਖ ਪਈ, ਜਿਹੜੇ 90% ਪੀਸਫੁਲ ਪ੍ਰੋਟੈਸਟ ਆ ਉਹ ਨੈਸ਼ਨਲ ਮੀਡੀਆ ਨੇ ਕਵਰ ਹੀ ਨਹੀਂ ਕੀਤਾ। ਹਾਂਜੀ, ਸੋ ਹੀ ਇਜ਼ ਵਰੀਡ ਅਬਾਊਟ ਦੈਟ। ਤੇ ਉਹਨੇ ਫਿਰ ਇਹ ਵੀ ਲਿਖਿਆ ਕਿ ਮੈਂ ਰੈੱਡ ਫੋਰਟ ਤੇ ਕਈ ਵਾਰੀ ਗਿਆ, ਐਜ਼ ਬੀਇੰਗ ਮੈਨੂੰ ਸਾਰਾ ਪਤਾ, ਉੱਥੇ ਹਮੇਸ਼ਾ ਹੀ ਹੈਵੀ ਸਿਕਿਉਰਿਟੀ ਹੁੰਦੀ ਆ। ਐਂਡ ਹੀ ਸੁਜੈਸਟਡ ਵੀ ਦੇਅਰ ਇਜ਼ ਅ ਕਲੀਅਰ ਬ੍ਰੀਚ ਐਂਡ ਲੈਪਸ ਆਫ ਸਿਕਿਉਰਿਟੀ। ਐਂਡ ਹੀ ਸੁਜੈਸਟਡ ਵੀ ਇੱਕ ਇੰਪਾਰਸ਼ੀਅਲ ਹਾਈ ਲੈਵਲ ਕਮਿਸ਼ਨ ਆਫ ਇਨਕੁਆਇਰੀ ਬਿਠਾਈ ਜਾਵੇ ਵੀ ਇਹ ਸਿਕਿਉਰਿਟੀ ਫੋਰਸਿਸ ਹੋਈ ਕਿਵੇਂ ਐਂਡ ਪੋਲੀਟੀਸ਼ੀਅਨਸ ਦੀ ਕੋਲੀਜਨ ਤੇ ਨਹੀਂ ਸੀ, ਕਿਤੇ ਕੋਲੀਜਨ ਕਰਕੇ ਤੇ ਨਹੀਂ ਹੋਈ। ਦੋਜ਼ ਆਰ ਦ ਵਰੀਜ਼ ਹੀ ਐਕਸਪ੍ਰੈਸਡ ਇਨ ਦਿਸ ਓਪਨ ਲੈਟਰ। ਪਲੱਸ ਉਹਨੇ ਇਹ ਵੀ ਲਿਖਿਆ ਵੀ ਇਹ ਜਿਹੜੀਆਂ FIRs ਰਜਿਸਟਰ ਕਰਤੀਆਂ ਨੇ, ਸੈਡੀਸ਼ਨ ਦੇ ਚਾਰਜਸ ਲਾਤੇ ਫਾਰਮਰਸ ਤੇ, ਜਰਨਲਿਸਟ ਤੇ, ਵੀ ਇਹ ਵੀ ਮੈਂ ਬਹੁਤ ਇਹਨੂੰ ਆਮ ਸੋ ਡਿਸਟ੍ਰੈਸਡ ਵੀ ਇਹ ਠੀਕ ਨਹੀਂ ਹੋ ਰਿਹਾ। ਸੋ ਐਵਰੀਬਾਡੀ ਇਜ਼ ਵਰੀਡ ਅਬਾਊਟ ਦਿਸ। ਤੇ ਦੋਸਤੋ, ਤੁਸੀਂ ਇਹ ਗੱਲ ਦਾ ਖਿਆਲ ਰੱਖੋ, ਹੁਣ ਜਿਹੜੀ ਤੁਹਾਡੇ ਕੋਲੇ ਇਹ ਆਪਾਂ ਲੈਟਰ, ਓਪਨ ਲੈਟਰ ਤੁਹਾਨੂੰ ਦੱਸ ਰਹੇ ਆ ਇਹ ਸਰ ਦਾ, ਇਹ ਕਿਤੇ ਨਾ ਕਿਤੇ ਆਪਾਂ ਇਸ ਨੂੰ ਸੀਰੀਅਸਲੀ ਲੈ ਸਕਦੇ ਹਾਂ, ਕਿਉਂਕਿ ਉਹਨਾਂ ਕੋਲੇ ਇੱਕ ਤਾਂ ਤਜਰਬਾ, ਉਹਨਾਂ ਨੇ ਕੰਮ ਕੀਤਾ ਦੇਸ਼ ਦੇ ਲਈ, ਕਿਤੇ ਨਾ ਕਿਤੇ ਉਹਨਾਂ ਦਾ ਐਕਸਪੀਰੀਅੰਸ ਆ ਵੀ ਜਿਹੜਾ ਇਹ ਚੀਜ਼ਾਂ ਨੂੰ ਦੱਸ ਰਿਹਾ, ਜੋ ਉਹਨਾਂ ਨੇ ਆਪਦੀ ਜ਼ਿੰਦਗੀ ਦੇ ਵਿੱਚ ਲਿਵ ਕੀਤਾ। ਤੇ ਜਿਹੜੀਆਂ ਆਪਾਂ ਆਮ, ਸਾਡਾ ਐਕਸਪੀਰੀਅੰਸ ਬਹੁਤ ਛੋਟਾ, ਮੈਂ ਕਦੇ ਕਿਸੇ ਆਰਮੀ 'ਚ ਨਹੀਂ ਕੰਮ ਕੀਤਾ, ਕਿਤੇ ਪੋਲੀਟੀਕਲ ਲੈਵਲ ਤੇ ਕੰਮ ਨਹੀਂ ਕੀਤਾ, ਕਿਤੇ ਕੋਈ ਪਾਲਿਸੀਜ਼ ਨਹੀਂ ਬਣਾਈਆਂ, ਮੈਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ। ਮੇਰਾ ਓਪੀਨੀਅਨ ਡਜ਼ ਨਾਟ ਮੈਟਰ ਐਜ਼ ਮਚ।
ਐਜ਼ ਕੰਪੇਅਰ ਟੂ ਦਿਸ ਪਰਸਨ। ਸੋ ਆਪਾਂ ਨੂੰ ਜਦੋਂ ਹੁਣ ਆਪਾਂ ਕੋਸ਼ਿਸ਼ ਕਰਨੀ ਹੈ ਵੀ ਆਪਾਂ ਇਹੋ ਜਿਹੇ ਲੈਜੀਬਲ ਚੀਜ਼ਾਂ ਪੜ੍ਹੀਏ ਜੋ ਕਿ ਇੱਕ ਆਪਾਂ ਨੂੰ ਸਹੀ ਰਾਹ ਦੱਸਦੀਆਂ ਨੇ, ਐਕਸਪੀਰੀਅੰਸ ਦੱਸਦੀਆਂ ਨੇ, ਕਿਤੇ ਨਾ ਕਿਤੇ ਆਪਾਂ ਨੂੰ ਆਪਦੀ ਓਪੀਨੀਅਨ ਵੀ ਚਾਹੇ ਆਪਾਂ ਗਵਰਨਮੈਂਟ ਦੇ ਨਾਲ ਆ ਚਾਹੇ ਆਪਾਂ ਕਿਸਾਨਾਂ ਦੇ ਨਾਲ ਆ, ਉਹ ਪਿੱਛੇ ਰੱਖ ਕੇ ਲੌਜੀਕਲ ਲੈਵਲ ਤੋਂ ਸੋਚਣਾ ਪੈਣਾ ਵੀ ਇਹ ਕੀ ਸਹੀ ਹੋ ਰਿਹਾ ਤੇ ਜੇ ਨਹੀਂ ਸਹੀ ਹੋ ਰਿਹਾ ਤੇ ਇਹਨੂੰ ਕਿਵੇਂ ਸਹੀ ਕੀਤਾ ਜਾ ਸਕਦਾ, ਇਹਦਾ ਰੈਜ਼ੋਲੂਸ਼ਨ ਕੀ ਆ। ਵੀ ਆਰ ਐਟ at 21st century we have to figure this out together। ਇਹ ਨਹੀਂਗਾ ਵੀ ਚਲੋ ਲੜਾਈ ਕਰ ਲਈ, ਇੱਧਰ ਨੂੰ ਚੱਕ ਲੀਆਂ ਤਲਵਾਰਾਂ ਉੱਧਰ ਨੂੰ ਚੱਕ ਲੀਆਂ। ਹਰਮਨ ਤੁਹਾਡੇ ਇਸ ਬਾਰੇ ਕੀ ਖਿਆਲ ਹੈ? ਸੋ ਜਦੋਂ ਅਸੀਂ ਕੋਈ ਵੀ ਮਾਸ ਮੂਵਮੈਂਟ ਪਿਛਲੇ 10 ਸਾਲਾਂ 15 ਸਾਲਾਂ ਦੇ ਵਿੱਚ ਦੇਖ ਰਹੇ ਹਾਂ, ਉਹਨਾਂ ਦਾ ਜਿਹੜਾ ਮੇਨ ਆਰਗੇਨਾਈਜ਼ਿੰਗ ਜਿਹੜਾ ਟੂਲ ਸੀਗਾ ਸੋਸ਼ਲ ਮੀਡੀਆ ਹੈ। ਸੋਸ਼ਲ ਮੀਡੀਆ ਦੇ ਰਾਹੀਂ ਇਹ ਮੂਵਮੈਂਟ ਉੱਠੇ ਨੇ, ਸੋਸ਼ਲ ਮੀਡੀਆ ਦੇ ਰਾਹੀਂ ਇਸ ਮੂਵਮੈਂਟ ਚੱਲਦੇ ਰਹਿੰਦੇ ਆ। ਤੇ ਤੁਸੀਂ ਦੇਖ ਸਕਦੇ ਆ ਕਿ ਇਨ ਦਾ ਪਾਸਟ ਜਿਹੜਾ ਹੁਣ ਰਾਈਟ ਵਿੰਗ ਮੀਡੀਆ ਇੰਡੀਆ ਦੇ ਵਿੱਚ, ਉਹ ਤੋਂ ਅਸੀਂ ਚਲੋ ਐਕਸਪੈਕਟ ਕਰ ਸਕਦੇ ਆ ਕਿ ਇਹਨਾਂ ਨੇ ਜੋ ਗਲਤ ਲਿਖਣਾ ਆ ਜਾਂ ਸਰਕਾਰ ਦੇ ਹੱਕ ਦੇ ਵਿੱਚ ਲਿਖਣਾ ਆ ਕਿ ਉਹ ਇੱਕ ਕੰਪਰੋਮਾਈਜ਼ ਮੀਡੀਆ ਆ ਜਾਂ ਉਹਨਾਂ ਦੀ ਜਿਹੜੀ ਓਨਰਸ਼ਿਪ ਆ ਦੈਟਸ ਅ ਕੰਪਰੋਮਾਈਜ਼ ਓਨਰਸ਼ਿਪ, ਉਹਨਾਂ ਦਾ ਕੋਈ ਇੰਟਰਸਟ ਆ ਸਰਕਾਰ ਦੇ ਨਾਲ, ਚਲੋ ਉਹ ਤਾਂ ਸਾਡੀ ਅਸੀਂ ਐਕਸਪੈਕਟ ਕਰਦੇ ਆ। ਪਰ ਜਿਹੜੀ ਇੰਡੀਆ ਦੀ ਜਿਹੜੀ ਲਿਬਰਲ ਮੀਡੀਆ ਆ, ਜਿਹੜਾ ਲਿਬਰਲ ਬੰਦਾ ਆ, ਕਈ ਸਾਲਾਂ ਤੋਂ ਮੈਂ ਇਹ ਗੱਲ ਕਹਿ ਰਿਹਾ ਕਿ ਇੰਡੀਆ ਦਾ ਲਿਬਰਲ ਬੰਦਾ ਕਿੱਧਰ ਗਿਆ, ਕਿ ਉਹ ਜਿਹੜੇ ਉਹਨਾਂ ਦਾ ਆਪਣਾ ਜਿਹੜਾ ਸਾਇਲੈਂਸ ਹੈ, ਦੇ ਆਰ ਕੰਪਲਿਸਿਟ ਇਨ ਦਿਸ ਸਮੀਅਰ ਕੈਂਪੇਨ। ਕਿ ਜਿਸ ਚੀਜ਼ ਨਾਲ ਜਿਹੜਾ ਲਿਬਰਲ ਮੀਡੀਆ ਹੁਣ ਉਹੀ ਨੈਰੇਟਿਵਸ ਨੂੰ ਜਾਂ ਉਹੀ ਸਟੋਰੀਆਂ ਨੂੰ ਕਵਰ ਕਰ ਰਿਹਾ ਤੇ ਗਲਤ ਤਰੀਕੇ ਨਾਲ ਕਵਰ ਕਰ ਰਿਹਾ, ਕਿ that's the problem ਕਿ sensationalism ਉਸ ਇੰਡੀਆ ਦੇ ਮੀਡੀਆ ਦੇ ਵਿੱਚ ਆ ਗਈ ਹੈ ਹੁਣ, ਕਿ ਇਹ ਨਹੀਂ ਦੇਖ ਰਹੇ ਕਿ ਸੱਚਾਈ ਕੀ ਆ। ਉਹਨਾਂ ਨੂੰ ਬਸ ਇਹੀ ਆ ਕਿ ਵੱਧ ਤੋਂ ਵੱਧ ਬੰਦੇ ਸਾਡੇ ਚੈਨਲ 'ਚ ਕਿੱਦਾਂ ਦੇਖਣ ਕਿ ਸਾਡਾ ਐਡਵਰਟਾਈਜ਼ਮੈਂਟ ਰੈਵਨਿਊ ਵਧੇ। ਸੋ ਉਹਦੇ ਲਈ ਉਹਨਾਂ ਨੂੰ ਕੰਟਰੋਵਰਸੀ ਚਾਹੀਦੀ ਹੈ। ਪਰ ਸੋਸ਼ਲ ਮੀਡੀਆ ਰਾਹੀਂ ਇੱਕ ਨੈਗੇਟਿਵ ਵੀ ਹੋ ਸਕਦਾ, ਜਿੱਥੇ ਆਪਣੇ ਬੀਜੇਪੀ ਦੇ ਆਈਟੀ ਸੈੱਲ ਬੰਦੇ ਬੈਠੇ ਨੇ ਜਾਂ ਗਲਤ ਇਨਫੋਰਮੇਸ਼ਨ ਫੈਲਦੇ ਨੇ ਜਾਂ ਸਾਨੂੰ ਟਾਰਗੇਟ ਕਰਦੇ ਨੇ। ਪਰ ਇੱਕ ਬਹੁਤ ਵਧੀਆ ਗੱਲ ਹੈ ਕਿ ਔਨ ਦੀ ਅਦਰ ਸਾਈਡ ਕਿ ਜਿਹੜੇ ਛੋਟੇ ਛੋਟੇ ਜਰਨਲਿਸਟ ਆ, ਉਹਨਾਂ ਦਾ ਇੱਕ ਪਲੇਟਫਾਰਮ ਮਿਲ ਗਿਆ ਕਿ ਉਹ ਆਪਣਾ ਜਾਂ ਟਵਿੱਟਰ ਤੇ ਜਾਂ YouTube ਤੇ ਜਾਂ ਫੇਸਬੁੱਕ ਤੇ ਜਾਂ ਟਿਕਟੌਕ ਤੇ ਜਾਂ ਇੰਸਟਾਗ੍ਰਾਮ ਤੇ ਉਹ ਆਪਣਾ ਖਬਰ ਦੁਨੀਆ ਤੱਕ ਪਹੁੰਚਾ ਸਕਦੇ ਆ। ਸੋ ਹੁਣ ਕਈ ਚੀਜ਼ਾਂ ਹੁਣ ਜਦੋਂ ਹੁਣ ਸਰਕਾਰ ਕੋਈ ਵਾਇਲੈਂਸ ਕਰ ਰਹੇ ਆ ਜਾਂ ਕਿਤੇ ਆਰਐਸਐਸ ਦੇ ਬੰਦੇ ਵਾਇਲੈਂਸ ਕਰ ਰਹੇ ਆ, ਉਹ ਚੀਜ਼ਾਂ ਹੁਣ ਨਿਕਲਦੀਆਂ ਨੇ, ਫੋਟੋਆਂ ਆਉਂਦੀਆਂ, ਵੀਡੀਓਜ਼ ਆਉਂਦੇ ਆ। ਸੋ ਸਰਕਾਰ ਦਾ ਹੁਣ ਕੀ ਮੇਨ ਗੱਲ ਹੈ ਕਿ ਅਸੀਂ ਉਸ ਚੀਜ਼ਾਂ ਨੂੰ ਕਿੱਦਾਂ ਬੰਦ ਕਰ ਸਕਦੇ। ਸੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਕਈ ਜਿਹੜੇ ਸਿੱਖ ਜਰਨਲਿਸਟ ਆ, ਸਿੱਖ ਟਵਿੱਟਰ ਅਕਾਊਂਟਸ ਆ, ਉਹ ਬੈਨ ਕੀਤੇ ਜਾਂਦੇ ਸੀ, ਉਹਨਾਂ ਨੂੰ ਬੰਦ ਕੀਤਾ ਗਿਆ ਸੀ। ਫੇਸਬੁੱਕ ਤੇ ਸੈਂਸਰ ਕੀਤਾ ਜਾਂਦਾ ਆ, ਹੁਣ ਇੰਟਰਨੈਟ ਹੀ ਬੰਦ ਕਰਤਾ। ਨਾਓ ਥੀਸ ਆਰ ਨਾਟ ਕਿ ਜੇ ਤੁਸੀਂ ਡੈਮੋਕ੍ਰੇਸੀ ਦੇ ਵਿੱਚ ਦੇਖੋ ਇਹ ਚੀਜ਼ਾਂ ਨਹੀਂ ਹੁੰਦੀਆਂ। ਹੁਣ ਜਦੋਂ ਬਲੈਕ ਲਾਈਵਸ ਮੈਟਰ ਦੇ ਪ੍ਰੋਟੈਸਟ ਪਿਛਲੇ ਸਾਲ ਅਮਰੀਕਾ ਦੇ ਵਿੱਚ ਹੁੰਦੇ ਸੀ, ਉਹਦੇ ਵਿੱਚ ਕੋਈ ਇੰਟਰਨੈਟ ਨਹੀਂ ਬੰਦ ਕੀਤਾ ਜਾਂਦਾ ਸੀ, ਕੋਈ ਇਦਾਂ ਕੋਈ ਜਰਨਲਿਸਟ ਨੂੰ ਚੱਕਿਆ ਨਹੀਂ ਜਾਂਦਾ ਸੀ, ਰਾਈਟ। ਯੈਟ ਹੁਣ ਇੰਡੀਆ ਦੇ ਵਿੱਚ ਜਿਹੜੇ ਅਸੀਂ ਦੇਖਦੇ, ਅਸੀਂ ਕਿੱਥੇ ਦੇਖਿਆ ਸੀ, ਅਸੀਂ ਚੀਨ 'ਚ ਦੇਖਿਆ ਜਦੋਂ ਹਾਂਗਕਾਂਗ ਦੇ ਵਿੱਚ ਜਿਹੜੇ ਪ੍ਰੋਟੈਸਟ ਚੱਲਦੇ ਸੀ ਡੈਮੋਕ੍ਰੈਟਿਕ ਰਾਈਟਸ ਲਈ। ਉਹ ਸਰਕਾਰ ਰਾਈਟ ਜਿਹੜੀ ਕਮਿਊਨਿਸਟ ਅਥਾਰਟੇਰੀਅਨ ਰਜੀਮ ਹੈ, ਉਹ ਸਰਕਾਰ ਨੇ ਆਪਣੇ ਜਿਹੜੇ ਸਿਟੀਜ਼ਨਸ ਆਪਣੇ ਜਿਹੜੇ ਬੰਦੇ ਉਹ ਕੀਤਾ ਸੀ, ਇੰਟਰਨੈਟ ਬੰਦ ਕੀਤਾ, ਸਰਵਿਸਿਜ਼ ਬੰਦ ਕੀਤੀਆਂ, ਸੇਮ ਟੈਕਟਿਕਸ, ਸੇਮ ਤਰੀਕੇ, ਸੇਮ ਟਾਈਪ ਆਫ ਰਜੀਮ। ਸੋ ਤੁਸੀਂ ਸਮਝੋ, ਸਾਰੀ ਦੁਨੀਆ ਨੂੰ ਸਮਝਣਾ ਚਾਹੀਦਾ ਕਿ this is what they're going to do ਕਿ ਜੇ ਉਹ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਆਰਗੇਨਾਈਜੇਸ਼ਨ ਜਾਂ ਫੋਨਾਂ ਦਾ ਰਾਈਟ। ਹੁਣ ਖਬਰ ਮੈਨੂੰ ਮਿਲੀ ਆ ਕਿ ਜਿਹੜੇ ਪੰਜਾਬ ਤੇ ਹਰਿਆਣਾ ਦੇ ਸਿਮਸ ਹੈ ਉਹਨੂੰ ਜੈਮ ਕੀਤਾ ਜਾਂਦਾ ਰਾਈਟ। ਪਰ ਸਾਡੇ ਜਿਹੜੇ ਨੌਜਵਾਨ ਜਿਹੜੇ ਸਾਡੇ ਉੱਥੇ ਸ਼ਾਮਲ ਆ ਪ੍ਰੋਟੈਸਟਰ, ਦੇ ਉਹ ਸਮਝਦੇ ਆ, ਉਹ ਅੰਡਰਸਟੈਂਡ ਕਰਦੇ ਆ, ਉਹ ਆਪਣੇ ਸਿਮਸ ਚੇਂਜ ਕਰ ਰਹੇ ਆ, ਉਹ ਜਾਂ ਜਿੱਥੇ ਇੰਟਰਨੈਟ ਮਿਲਦਾ ਉੱਥੇ ਜਾ ਕੇ ਫਿਰ ਆਪਣਾ ਕਰਦੇ ਆ। ਪਰ ਹੁਣ ਲੋਕਾਂ ਨੂੰ ਥੋੜਾ ਜਿਹਾ ਲਾਈਕ ਮੈਂ ਅੰਡਰਸਟੈਂਡ ਕਰਨਾ ਚਾਹੀਦਾ ਕਿ ਯਾਰ ਦਿਸ ਇਜ਼ ਹਾਊ ਕਿ ਉਹ ਇਹਨਾਂ ਦਾ ਕੋਸ਼ਿਸ਼ ਇਹੀ ਆ ਕਿ ਜਿਹੜਾ ਸੱਚਾਈ ਚੱਲ ਰਹੀ ਹੈ ਗਰਾਊਂਡ ਤੇ ਕਿ ਉਹ ਦੁਨੀਆ ਤੱਕ ਨਹੀਂ ਪਹੁੰਚੇ ਜਾਵੇ। ਤੇ ਜਦੋਂ ਤੁਸੀਂ ਗਾਜ਼ੀਪੁਰ ਦਾ ਜਦੋਂ ਉੱਥੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਰੀਮੋਬਿਲਾਈਜੇਸ਼ਨ ਹੋਈ ਆ ਕਿ ਉਹ ਇੰਟਰਨੈਟ ਦੇ ਫੋਨੇ ਰਾਹੀਂ ਹੋਈ ਆ, ਮੈਂ ਉਸੇ ਪੁਆਇੰਟ ਤੇ ਆ ਰਿਹਾ ਸੀ। ਬਿਲਕੁਲ ਸਹੀ ਗੱਲ। ਸੋ ਮੈਂ ਕਈ ਵਾਰੀ ਸ਼ੋਆਂ ਦੇ ਵਿੱਚ ਕਿਹਾ ਵੀ ਆਪਾਂ ਨੂੰ ਸੋਸ਼ਲ ਮੀਡੀਆ ਤੋਂ ਜਾਂ ਆ ਚੀਜ਼ਾਂ ਤੋਂ ਖਬਰਾਂ ਨਹੀਂ ਲੈਣੀਆਂ ਚਾਹੀਦੀਆਂ, ਤੇ ਪਰ ਕਿਤੇ ਨਾ ਕਿਤੇ ਤੁਸੀਂ ਸਾਡੇ ਦੋਸਤਾਂ ਨੇ ਮਿੱਤਰਾਂ ਨੇ ਕਮੈਂਟਸ ਕੀਤੇ ਵੀ ਨਾ ਸਾਡੇ ਕੋਲੇ ਸੋਰਸ ਹੀ ਇਹੀ ਆ ਵੀ ਸਾਨੂੰ ਕੁਝ ਫਾਲੋ ਕਰਨੇ ਪੈਂਦੇ ਨੇ ਸੋਸ਼ਲ ਮੀਡੀਆ ਤੇ। ਮੂਵਮੈਂਟ ਜਿਵੇਂ ਹਰਮਨ ਨੇ ਕਿਹਾ, ਇਹ ਮੂਵਮੈਂਟ ਸੋਸ਼ਲ ਮੀਡੀਆ ਤੇ ਇਕੱਠੀ ਹੋਈ ਆ ਵੀ ਹੋ ਸਕਦਾ ਸਾਨੂੰ ਕਿਤੇ ਨਾ ਕਿਤੇ ਉਸ ਨਾਲ ਜੁੜੇ ਰਹਿਣਾ ਚਾਹੀਦਾ। ਪਰ ਉਹ ਜੁੜੇ ਰਹਿਣ ਕਰਕੇ ਅੱਜ ਮੈਂ ਉਸੇ ਮੁੱਦੇ ਤੇ ਆ ਰਿਹਾ ਸੀ ਹਰਮਨ, ਕਿਉਂਕਿ ਆਪਾਂ ਅੱਜ ਸੋਸ਼ਲ ਮੀਡੀਆ ਨਾਲ ਇੰਟਰਨੈਟ ਅਵੇਲੇਬਲ ਸੀ ਹੈਗਾ ਵਾ, ਉਹ ਨੈਸ਼ਨਲ ਮੀਡੀਆ ਦੇ ਥਰੂ ਲੱਕਲੀ ਚਲੋ ਉਹ ਗੱਲਾਂ ਹੋਈਆਂ, ਤੇ ਆਪਣਾ ਜਿਹੜਾ ਰੈਵੋਲੂਸ਼ਨ ਆ ਜਾਂ ਆਪਾਂ ਮੂਵਮੈਂਟ ਆ ਉਹ ਕਹਿ ਦਈਏ ਸੋਸ਼ਲ ਮੀਡੀਆ ਦੇ ਥਰੂ ਦੁਬਾਰਾ
ਦਿਨੋਂ ਦਿਨ ਕਿਉਂ ਘੰਟਿਆਂ ਵਧੀ ਭਾਜੀ, ਘੰਟਿਆਂ ਦੇ ਵਿੱਚ ਉਹ ਦੁਬਾਰਾ ਮੂਵਮੈਂਟ ਦੁਬਾਰਾ ਸ਼ੁਰੂ ਹੋ ਗਈ। ਕਿੱਥੇ ਇਹ ਲੱਗ ਰਿਹਾ ਸੀ ਵੀ ਸ਼ਾਇਦ ਨੈਸ਼ਨਲ ਮੀਡੀਆ ਜਾਂ ਕਿਤੇ ਪੁਲਿਸ ਦੇ ਨਾਲ ਰਲ ਕੇ ਲੋਕਲ ਗਵਰਨਮੈਂਟਸ ਉੱਥੋਂ ਦੀਆਂ ਕਿਤੇ ਨਾ ਕਿਤੇ ਲੱਗ ਰਿਹਾ ਸੀ ਵੀ ਸ਼ਾਇਦ ਇੱਕ ਬਾਰਡਰ ਤਾਂ ਉਹ ਗਾਜ਼ੀਪੁਰ ਖਤਮ ਕਰ ਦੇਣਗੇ ਤੇ ਆਪਾਂ ਨੂੰ ਕਿਤੇ ਨਾ ਕਿਤੇ ਮੂਵਮੈਂਟ ਲੱਗ ਰਿਹਾ ਸੀ ਵੀ 26 ਜਨਵਰੀ ਤੋਂ ਬਾਅਦ 5-7 ਦਿਨਾਂ ਦੇ ਵਿੱਚ ਡਿਸਮੈਂਟਲ ਹੋ ਜਾਏਗੀ। ਦੇਖੋ ਇਹ ਬਿਲਕੁਲ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਰੋਲ ਆ। ਅਦਰਵਾਈਜ਼ ਦੇਖੋ ਜਿਹੜੀ ਕਮਿਊਨਿਟੀ ਸਪਿਰਿਟ ਆ ਉਹ ਤੇ ਉੱਥੇ ਹੈ ਹੀ ਹੈ, ਬਿਲਕੁਲ, ਕਿਉਂਕਿ ਪਿੰਡਾਂ 'ਚ ਸੋ ਸਿਰਫ ਉਹਨਾਂ ਕਾਲ ਹੀ ਕਰਨੀ ਆ ਵੀ ਲੋੜ ਆ ਤੇ ਲੋਕੀ ਤੁਰ ਪੈਂਦੇ। ਮੈਂ ਇਹਨਾਂ ਕੈਨੇਡੀਅਨ ਕੰਟੈਕਸਟ 'ਚ ਦੇਖ ਰਿਹਾ ਸੀ 2018 ਚ ਨਾ ਸਸਕੈਚੁਅਨ ਚ ਮਾਈਲਸਟੋਨ ਚ ਇੱਕ ਫਾਰਮਰ ਦੀ ਡੈਥ ਹੋ ਗਈ। ਇਟ ਵਾਸ ਇਨ ਸੀਬੀਸੀ। ਉਹ ਫਾਰਮਰ ਦੀ ਡੈਥ ਹੋ ਗਈ ਐਂਡ ਕਮਿਊਨਿਟੀ ਸਪਿਰਿਟ ਦੇਖੋ, ਫਾਰਮਿੰਗ ਕਮਿਊਨਿਟੀ 100 ਵਲੰਟੀਅਰਸ ਪਹੁੰਚ ਗਏ, ਫਾਰਮਰਸ ਨਾਲੇ 20 ਕੰਬਾਈਨਸ, ਤੇ ਉਹਨਾਂ ਨੇ ਕੁਝ ਘੰਟਿਆਂ ਦੀ ਹਾਰਵੈਸਟਿੰਗ ਕਰਤੀ ਵੀ ਇਹ ਲੋੜ ਆ। ਸੋ ਇਹ ਕਮਿਊਨਿਟੀ ਸਪਿਰਿਟ ਜਿਹੜੀ ਜੇ ਤੋਂ ਤੱਕ ਇਹ ਰਹੂਗੀ ਤੇ ਤੁਸੀਂ ਲੜ ਸਕਦੇ ਜੇ। ਕਾਰਪੋਰੇਸ਼ਨਾਂ ਨੇ ਆ ਕੇ ਨਹੀਂ ਤੁਹਾਡੀ ਹਾਰਵੈਸਟਿੰਗ ਕਰਨੀ, ਇਹ ਲੋਕਾਂ ਨੇ ਕਰਨੀ ਆ, ਫਾਰਮਰਸ ਨੇ ਕਰਨੀ ਆ, ਤੇ ਇਹ ਜਿੱਥੇ ਵੀ ਲੋੜ ਆ ਫਾਰਮਰਸ ਨੂੰ ਹੈਲਪ ਦੀ, ਫਾਰਮਰਸ ਨੇ ਹੀ ਆ ਕੇ ਕਰਨੀ ਆ। ਸੋ ਇਹ ਉਹਨੂੰ ਕ੍ਰਸ਼ ਕਰਨਾ ਚਾਹੁੰਦੇ ਵੀ ਇਹ ਇੱਕ ਤਰ੍ਹਾਂ ਦੀ ਕਮਿਊਨਿਟੀ ਸਪਿਰਿਟ ਹੀ ਖਤਮ ਕਰ ਦਿਓ, ਜੋ ਅਸੀਂ ਕਹੀਏ ਉਹੀ ਹੋਵੇ। ਇਹ ਕਮਿਊਨਿਟੀ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੈਸ਼ਨਲ ਮੀਡੀਆ ਵੱਲੋਂ, ਚਾਹੇ ਉਹ ਆਪਾਂ ਫੇਸਬੁੱਕ ਦੇ ਅਕਾਊਂਟਸ ਵਾਲੀ, ਚਾਹੇ ਉਹ ਬੀਜੇਪੀ ਦੇ ਆਈਟੀ ਸੈਲਸ ਵਾਲੀ, ਜਾਂ ਕਿਤੇ ਹੋਰ। ਆਪਾਂ ਨੂੰ ਸਾਡੇ ਵੱਲੋਂ ਰਿਕੁਐਸਟ ਆ, ਇਹ ਸਾਰੇ ਦਰਸ਼ਕਾਂ ਨੂੰ ਜੋ ਦੇਖ ਰਹੇ ਨੇ ਵੀਡੀਓ, ਸਾਡਾ ਜੇ ਤੁਸੀਂ ਮੈਸੇਜ ਪਹੁੰਚਾ ਸਕੋ, ਸਾਡਾ ਮੈਸੇਜ ਇਹ ਆ ਬਈ ਕਿਤੇ ਨਾ ਕਿਤੇ ਆਪਾਂ ਇਹ ਜਿਹੜੀ ਕਮਿਊਨਿਟੀ ਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਆਪਾਂ ਨਹੀਂ ਕਰਨੀ। ਦੂਜੀ ਗੱਲ, ਜੇ ਤੁਸੀਂ ਡਿਸਕਸ਼ਨ ਕਰਨਾ ਚਾਹੁੰਦੇ ਹੋ ਕੋਈ ਵੀ ਪਲੇਟਫਾਰਮ ਤੇ, ਚਾਹੇ ਟਵਿੱਟਰ ਆ, ਫੇਸਬੁੱਕ ਆ, ਇੰਸਟਾਗ੍ਰਾਮ ਆ, ਸਨੈਪਚੈਟ, ਕਿਤੇ ਵੀ ਕਰਨਾ ਚਾਹੁੰਦੇ ਹੋ, ਪਲੀਜ਼ ਕੋਸ਼ਿਸ਼ ਕਰੋ ਕਿ ਆਪਾਂ ਕੋਈ ਭੱਦੇ ਅੱਖਰ ਨਾ ਵਰਤੀਏ। ਸ਼ਬਦਾਵਲੀ ਆਪਣੀ ਵਧੀਆ ਹੋਣੀ ਚਾਹੀਦੀ ਹੈ, ਪ੍ਰੋਪਰ ਤਰੀਕੇ ਨਾਲ ਡਿਸਕਸ਼ਨ ਕਰੋ, ਕਿਸੇ ਨੂੰ ਪਰਸਨਲ ਅਟੈਕ ਨਾ ਕਰੋ। ਤੁਸੀਂ ਇਸ ਜ਼ਰੂਰੀ ਹੈ ਵੀ ਤੁਸੀਂ ਆਪਦਾ opinion ਕਰਨਾ ਪੁੱਟ ਕਰੋ, ਬਿਲਕੁਲ ਕਰੋ, ਪਰ ਆਪਦੇ ਆਪ ਦੇ ਵਿੱਚ ਆਪਦੇ ਆਪ ਨੂੰ ਇਸ ਚੀਜ਼ ਨੂੰ ਰੀਅਲਾਈਜ਼ ਕਰਾਓ ਵੀ ਜਿਹੜੀ ਆਪਣੀ ਕਮਿਊਨਿਟੀ ਆ ਇਹ ਡਿਵਾਈਡ ਨਾ ਹੋਵੇ। ਆਪਾਂ ਕਮਿਊਨਿਟੀ ਦੇ ਮਤਲਬ ਇਹ ਨਹੀਂਗਾ ਵੀ ਆਪਾਂ ਸਿੱਖ ਕਮਿਊਨਿਟੀ, ਆਪਾਂ ਹਿੰਦੂ ਕਮਿਊਨਿਟੀ, ਆਪਾਂ ਮੁਸਲਿਮ ਕਮਿਊਨਿਟੀ, ਐਸਾਈ, ਜਾਂ ਆਪਾਂ ਪੰਜਾਬੀ ਆ, ਜਾਂ ਆਪਾਂ ਹਰਿਆਣਵੀ ਆ, ਜਾਂ ਆਪਾਂ ਰਾਜਸਥਾਨੀ, ਜਾਂ ਆਪਾਂ ਜਾਟ ਆ, ਜੱਟ। ਨੋ, ਆਪਾਂ ਇਨਸਾਨ ਆ, ਆਪਾਂ ਸਿਟੀਜ਼ਨ ਆ ਉਸ ਕੰਟਰੀ ਦੇ, ਤੇ ਆਪਾਂ ਉੱਥੋਂ ਦੀਆਂ ਫੈਮਲੀਆਂ ਨੂੰ ਬਿਲੋਂਗ ਕਰਦੇ ਆ, ਚਾਹੇ ਉਹ ਮਜ਼ਦੂਰ ਨੇ, ਚਾਹੇ ਉਹ ਕਿਸਾਨ ਨੇ। ਆਪਾਂ ਨੂੰ ਕੋਸ਼ਿਸ਼ ਕਰਨੀ ਪੈਣੀ ਹੈ ਐਜ਼ ਇੰਟੈਲੈਕਚੁਅਲਸ, ਪੜ੍ਹੇ ਲਿਖੇ, ਜਿਨ੍ਹਾਂ ਕੋਲ ਇਹ ਚੀਜ਼ਾਂ ਅਵੇਲੇਬਲ ਨੇ, ਆਪਣੇ ਬਜ਼ੁਰਗਾਂ ਕੋਲੇ, ਆਪਣੇ ਉਹ ਪਿੰਡਾਂ ਵਾਲਿਆਂ ਲੋਕਾਂ ਕੋਲੇ ਇਹ ਚੀਜ਼ਾਂ ਅਵੇਲੇਬਲ ਨਹੀਂ ਹੈਗੀਆਂ। ਫਿਰ ਤੋਂ ਸਾਡੀ ਰਿਕੁਐਸਟ ਆ ਵੀ ਪਲੀਜ਼ ਤੁਸੀਂ ਡਿਵਾਈਡ ਨਹੀਂ ਹੋਣਾ, ਡਿਵਾਈਡ ਨਾ ਕਰਨ ਦਿਓ। ਤੇ ਮੈਂ ਇਸੇ ਮੁੱਦੇ ਤੇ ਹਰਮਨ ਨਾਲ ਬੈਕ ਕਰਦਾ, ਕਿੰਨਾ ਸੋਹਣਾ ਸੀ ਵੀ ਟਕੈਤ ਸਾਹਿਬ ਨੇ ਉਹ ਕਮਿਊਨਿਟੀ 2-3 ਘੰਟਿਆਂ ਦੇ ਵਿੱਚ ਸਾਰੀ ਇਕੱਠੀ ਕਰ ਲਈ, ਉਸ ਚੀਜ਼ ਨੂੰ ਐਗਜ਼ਾਮਪਲ ਲੈ ਕੇ। ਹਾਂਜੀ ਹਰਮਨ। ਐਬਸੋਲੂਟਲੀ, ਜਿਹੜੀ ਟਕੈਤ ਸਾਹਿਬ ਨੇ ਮੋਬਿਲਾਈਜੇਸ਼ਨ ਕੀਤੀ ਉਹ ਘੰਟਿਆਂ ਦੇ ਵਿੱਚ ਕਿ ਜਿਹੜਾ ਹੁਣ ਸਰਕਾਰ, ਸਾਰਿਆਂ ਨੂੰ ਪਤਾ ਸੀ ਕਿ ਜਦੋਂ 26 ਜਨਵਰੀ ਤੋਂ ਬਾਅਦ ਸਾਡੀ ਵੀ ਗੱਲ ਇੱਥੇ ਲੋਕਲ ਰੇਡੀਓ ਤੇ ਵੀ ਹੋਈਆਂ, ਡਿਸਕਸ਼ਨਾਂ ਹੋਈਆਂ ਇੱਥੇ ਕੈਨੇਡਾ ਦੇ ਵਿੱਚ ਕਿ ਹੁਣ ਕੀ ਹੋਣਾ ਹੈ, ਮੂਵਮੈਂਟ ਦਾ ਕੀ ਬਣਨਾ ਹੈ। ਕਿ ਸਾਡਾ ਉਦੋਂ ਅਸੀਂ ਕੀ ਕਿਹਾ ਸੀ, ਨੈਬ ਤੇ ਮਾਈਸੈਲਫ, ਅਸੀਂ ਕਈ ਲੋਕਾਂ ਨੂੰ ਕਿਹਾ ਕਿ ਤੁਸੀਂ ਜਿਹੜਾ ਇਸ਼ੂ ਹੈ ਉਹ ਤੇ ਫੋਕਸ ਕਰੋ ਤੇ ਸਰਕਾਰ ਦੀ ਜਿਹੜੀ ਐਕਸ਼ਨ ਹੈ ਉਹ ਤੇ ਫੋਕਸ ਕਰੋ, ਚਾਲ ਤੇ ਨਾ ਚੱਲੋ, ਕਿ ਆਪਣੀ ਜਿਹੜੀ ਇੰਟਰਨਲ ਪੋਲਿਟਿਕਸ ਉਹ ਛੱਡੋ, ਪਾਸੇ ਨੂੰ ਕਰੋ, ਕਿ ਆਪਣੇ ਜਿਹੜਾ ਫੋਕਸ ਹੈ ਉਹ ਰੱਖੋ, ਸਰਕਾਰ ਦੇ ਰੱਖੋ, ਬਿਲਸ ਦੇ ਰੱਖੋ, ਤੇ ਇਸ਼ੂ ਤੇ ਰੱਖੋ। ਤੇ ਗੱਲ ਉਹੀ ਹੋਈ ਕਿ ਜਦੋਂ ਹੁਣ ਅਸੀਂ ਸਰਕਾਰ ਦੇ ਜਿਹੜੇ ਗਾਜ਼ੀਪੁਰ ਬਾਰਡਰ ਤੇ ਜਦੋਂ ਉਹਨਾਂ ਨੇ ਆਰਡਰ ਕੀਤਾ, ਯੂਪੀ ਗਵਰਨਮੈਂਟ ਨੇ, ਯੋਗੀ ਆਦਿੱਤਿਆਨਾਥ ਨੇ, ਜਿਹੜਾ ਉਹਨਾਂ ਨੇ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਆਰਡਰ ਲੈ ਕੇ ਕਿ 24 ਘੰਟੇ ਦੇ ਵਿੱਚ ਅਸੀਂ ਹਰ ਪ੍ਰੋਟੈਸਟ ਸਾਈਟ ਯੂਪੀ ਸਾਈਡ ਚੁਕਾ ਦੇਣਾ, ਕਿ ਚਲੋ ਛੋਟੇ ਸਾਈਟਾਂ ਤੇ ਪਹਿਲਾਂ ਚੁਕਾਤਾ, ਤੇ ਫਿਰ ਡਰ ਲੱਗਣ ਲੱਗ ਪਿਆ ਕਿ ਗਾਜ਼ੀਪੁਰ ਦਾ ਕੀ ਬਣਦਾ। ਤੇ ਲੋਕਾਂ ਸਾਰੇ ਜੁੜੇ ਸੀ, ਜਿੰਨੇ ਮੈਂ ਜਾਣਦਾ 5 ਵਜੇ ਸਵੇਰ ਦੇ ਕੈਨੇਡਾ ਸੀ, ਅਸੀਂ ਸਾਰੇ ਜੁੜੇ ਸੀ ਕਿ ਪਹਿਲਾਂ ਬਿਜਲੀ ਬੰਦ ਕੀਤੀ ਜਾਂਦੀ ਸੀ, ਫਿਰ ਉਸ ਤੋਂ ਬਾਅਦ ਜਿਹੜਾ ਪਾਣੀ ਦਾ ਬੰਦ ਕੀਤਾ, everything ਬੰਦ ਕਰਤਾ ਸੀਗਾ। ਐਂਡ ਦੈਨ ਕਿ ਉਹਨਾਂ ਨੇ ਆਪਣੀ ਮੀਡੀਆ ਦੇ ਰਾਹੀਂ ਕਹਿਣ ਲੱਗ ਪਏ ਕਿ 1000 ਪੁਲਿਸ ਵਾਲਾ ਪਹੁੰਚਣ ਲੱਗਾ ਆ ਕਿ ਤੁਸੀਂ ਪਹਿਲਾਂ ਹੀ ਨੱਠ ਜਾਓ, ਪਹਿਲਾਂ ਹੀ ਛੱਡ ਜਾਓ। ਤੇ ਟਕੈਤ ਸਾਹਿਬ ਨੇ ਛੱਡਿਆ ਨਹੀਂ, ਉਹਨਾਂ ਨੇ ਆਪਣਾ ਬਿਲਕੁਲ ਇੱਕ ਲਾਸਟ ਸਟੈਂਡ ਕੀਤਾ। ਤੇ ਜਦੋਂ ਲੋਕਾਂ ਨੂੰ ਫੀਲ ਹੋਣ ਲੱਗ ਪਿਆ ਕਿ ਇਹ ਸਾਡਾ ਆਖਰੀ ਸਟੈਂਡ ਆ, ਕਿ ਜੇ ਅਸੀਂ ਇਹਨੂੰ ਨਹੀਂ ਬਚਾਇਆ ਕਿ ਇਹ ਤਾਂ ਮੂਵਮੈਂਟ ਖਤਮ ਹੋ ਗਈ, ਕਿ ਉਸ ਜਿਹੜਾ ਡੈਸਪਰੇਸ਼ਨ ਦੇ ਵਿੱਚ ਹਰ ਬੰਦਾ ਜੁੜ ਗਿਆ। ਕਿ ਇਹਦਾ ਮਤਲਬ ਇਹ ਹੈ, ਹਰਮਨ ਤੁਰੰਤ ਹਰ ਬੰਦਾ ਡਿਫਾਈਨ ਕਰੋ, ਹਰ ਇੱਕ ਬੰਦਾ, ਉੱਥੇ ਸਿੱਖ ਵੀ ਸੀ, ਉੱਥੇ ਹਿੰਦੂ ਵੀ ਸੀ, ਉੱਥੇ ਮੁਸਲਮਾਨ ਵੀ ਸੀ, ਉੱਥੇ ਮਜ਼ਦੂਰ ਵੀ ਸੀ, ਉੱਥੇ ਕਿਸਾਨ ਵੀ ਸੀ, ਕੁਝ ਲੋਕੀ ਤੁਰ ਕੇ ਆਏ, ਕੁਝ ਟਰੈਕਟਰ ਤੇ ਟਰਾਲੀ ਦੇ। ਹਰ ਬੰਦੇ ਦਾ ਮਤਲਬ ਇਹ ਨਹੀਂਗਾ ਵੀ ਆਪਾਂ ਉਦਾਂ ਹੀ ਕਹਤਾ ਜੀ ਹਰ ਬੰਦਾ। ਸੋ ਬੈਕ ਟੂ ਹਰਮਨ, ਜਾਨੀ ਸਾਰੇ ਵਰਗਾਂ ਦੇ, ਸਾਰੇ ਕਿੱਤਿਆਂ ਨਾਲ ਜੁੜੇ ਹੋਏ ਲੋਕ ਉੱਥੇ ਉਹ ਟਕੈਤ ਸਾਹਿਬ ਦੇ ਕਹੇ ਤੇ ਉੱਥੇ ਪਹੁੰਚ ਗਏ।
ਪਹੁੰਚੇ ਤੇ ਪਹੁੰਚੀ ਜਾਂਦੇ ਆ। ਹੁਣ ਗਾਜੀਪੁਰ ਹੁਣ ਮਤਲਬ ਮੇਨ ਫੋਕਸ ਹੋ ਗਿਆ, ਸਿੰਗਲ ਬਾਰਡਰ ਤੋਂ ਹੁਣ ਗਾਜੀਪੁਰ ਇੱਕ ਮੇਨ ਫੋਕਸ ਹੋ ਗਿਆ। ਤੇ ਜਦੋਂ ਉੱਥੇ ਆਪਣਾ ਜਿਹੜਾ ਰੀਇਨਫੋਰਸਮੈਂਟ ਕਰ ਚੁੱਕੇ ਸੀ ਅਸੀਂ, ਹੁਣ ਗਾਜੀਪੁਰ ਇਜ਼ ਨਾਟ, ਗਾਜੀਪੁਰ ਨਹੀਂ ਡਿੱਗਦਾ ਹੁਣ ਸਾਡਾ, ਪਰ ਫਿਰ ਫੋਕਸ ਸਿੰਘੂ ਤੋਂ ਆ ਗਿਆ ਕਿ ਨਾਲੋਂ ਨਾਲ ਜਦੋਂ ਗਾਜੀਪੁਰ 'ਚ ਹੋ ਰਿਹਾ ਸੀ, ਸਿੰਘੂ ਬਾਰਡਰ ਤੇ ਜਿਹੜਾ ਡਿਵੀਜ਼ਨ ਕਰ ਰਹੇ ਸੀ ਦੋਨੋਂ ਸਟੇਜਾਂ ਦੇ ਤੇ ਦੋਨੋਂ ਥਾਂ ਤੇ, ਕਿ ਪਤਾ ਸੀ ਕਿ ਕੋਈ ਨਾ ਕੋਈ ਅਗਲੇ ਦਿਨਾਂ ਦੇ ਵਿੱਚ ਕੁਝ ਨਾ ਕੁਝ ਉੱਥੇ ਹੋਣਾ ਆ। ਸੋ ਹੁਣ ਜਿਹੜੀ ਇਨਸਟੀਗੇਸ਼ਨ ਸ਼ੁਰੂ ਕੀਤੀ ਆ ਸਰਕਾਰ ਵੱਲੋਂ, ਰਾਈਟ, ਉਹਦੇ ਜਿਹੜੀ ਫੋਟੋਆਂ ਆ, ਜਿਹੜਾ ਹੁਣ ਪੁਲਿਸ ਨੇ ਵੀ ਜਿਹੜੀ ਵਾਇਲੈਂਸ ਕੀਤੀ ਆ ਪ੍ਰੋਟੈਸਟਰ ਨਾਲ, ਕਿ ਉਹ ਫੋਟੋਆਂ ਦੁਨੀਆ ਪਰ ਜਾ ਚੁੱਕੀ ਆ। ਸਾਡੇ ਅਸੀਂ WSO ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਵੱਲੋਂ ਅਸੀਂ ਆਪਣੇ ਸੋਸ਼ਲ ਮੀਡੀਆ ਤੇ ਪਾਇਆ ਕਿ ਇਸ ਚੀਜ਼ ਨੂੰ ਹਰ ਸਰਕਾਰ, ਹਰ ਦੁਨੀਆ ਦੀ ਸਰਕਾਰ ਨੂੰ ਕੰਡੈਮ ਕਰਨਾ ਚਾਹੀਦਾ ਕਿ ਇੰਡੀਆ ਦਾ ਸਰਕਾਰ ਆਪਣੇ ਪੀਸਫੁਲ ਪ੍ਰੋਟੈਸਟਰਾਂ ਨਾਲ ਕੀ ਕਰ ਰਿਹਾ, ਵਾਇਲੈਂਸ ਕਰ ਰਿਹਾ। ਕਿ ਜਿਹੜਾ ਉਹ ਫੋਟੋ, ਇੱਕ ਮੇਨ ਫੋਟੋ ਹੁਣ ਸਾਰੇ ਪਾਸੇ ਚੱਲ ਗਈ ਆ ਕਿ ਜਿਹੜਾ ਪੁਲਿਸ ਦਾ ਪੈਰ ਸੀ ਉਹਦੇ ਨੌਜਵਾਨ ਦੇ ਸਿਰ ਦੇ ਉੱਪਰ ਰੱਖਿਆ ਸੀ। ਸੋ ਉਹ ਜਿਹੜਾ ਫੋਟੋ ਆ, ਹੁਣ ਟਕੈਤ ਸਾਹਿਬ, ਚਲੋ ਹੀ ਇਜ਼ ਨਾਓ ਦ ਹੀਰੋ ਆਫ ਦਿਸ ਮੂਵਮੈਂਟ, ਬਟ ਦੈਟ ਫੋਟੋ ਕਿ ਕਿੱਦਾਂ ਸਰਕਾਰ ਕੋਸ਼ਿਸ਼ ਕਰ ਰਹੀ ਹੈ ਤੁਹਾਨੂੰ ਦਬਾਉਣ 'ਚ, ਰਾਈਟ, ਉਹ ਮੁੜ ਕੇ ਲੋਕਾਂ ਦੇ ਵਿੱਚ ਜਿਹੜੀ ਜਾਗ ਆਈ ਆ ਕਿ ਦਿਸ ਇਜ਼ ਅ ਫਾਈਟ ਫॉर ਆਰ ਰਾਈਟ। ਸੋ ਨਾਟ ਓਨਲੀ ਕਿ ਫਾਰਮਰ ਬਿਲਸ ਤੇ ਠੀਕ ਹੈ ਮੇਨ ਇਸ਼ੂ ਤਾਂ ਫਾਰਮਰ, ਪਰ ਇਹ ਜਿਹੜੀ ਲੜਾਈ ਹੈ, ਇਹ ਲੜਾਈ ਹੈਗੀ ਡੈਮੋਕ੍ਰੇਸੀ ਲਈ ਤੇ ਡੈਮੋਕ੍ਰੈਟਿਕ ਵੈਲਿਊਜ਼ ਲਈ, ਕਿ ਜੇ ਤੁਸੀਂ ਚਾਹੁੰਦੇ ਆ ਕਿ ਅੱਗੇ ਕਿ ਤੁਸੀਂ ਪ੍ਰੋਟੈਸਟ ਕਰ ਸਕਦੇ ਆ ਪੀਸਫੁਲੀ, ਕਿ ਅੱਜ ਤੁਹਾਨੂੰ ਸਟੈਂਡ ਲੈਣਾ ਪੈਣਾ, ਕਿ ਜੇ ਅੱਜ ਤੁਸੀਂ ਉੱਥੇ ਜਾ ਕੇ ਪਿੱਛੇ ਤੁਰ ਪਏ ਕਿ ਜਿਹੜੀ ਅਗਲੀ ਕੋਈ ਵੀ ਪ੍ਰੋਟੈਸਟ ਚੱਲੂਗੀ ਸੇਮ ਤਰੀਕੇ ਨਾਲ ਉਹਨੂੰ ਦਬਾਇਆ ਜਾਣਾ ਆ, ਕਿ ਤੁਸੀਂ ਡੈਮੋਕ੍ਰੈਟਿਕ ਰਾਈਟਸ, ਯੂਰ ਰਾਈਟ ਫॉर ਪੀਸਫੁਲ ਪ੍ਰੋਟੈਸਟ, ਯੂਰ ਰਾਈਟ ਫॉर ਐਕਸਪ੍ਰੈਸ਼ਨ, ਉਹ ਚੀਜ਼ਾਂ ਤੁਹਾਡੇ ਕਨਸਟੀਟਿਊਸ਼ਨ 'ਚ ਲਿਖੀਆਂ ਜਾਂਦੀਆਂ, ਉਹ ਤੁਸੀਂ ਹੁਣ ਲੜਦੇ ਆ। ਤੇ ਕੈਨੇਡੀਅਨ ਸਰਕਾਰ ਦੇ ਕਈ ਨੁਮਾਇੰਦੇ, ਸਾਡੇ ਜਿਹੜੇ ਆਪੋਜੀਸ਼ਨ ਲੀਡਰ ਆ ਜਗਮੀਤ ਸਿੰਘ, ਉਹਨਾਂ ਨੇ ਵੀਡੀਓ ਭੇਜੀ ਆ, ਉਹਦੇ ਭਰਾ ਨਾਲ ਸਾਡੀ ਗੱਲ ਵੀ ਹੋਈ ਸੀ ਕੱਲ, ਗਰਤਨ ਸਿੰਘ ਨਾਲ, ਤੇ ਉਹ ਬੜੀ ਕੋਸ਼ਿਸ਼ਾਂ ਕਰਦੇ ਆ ਕਿ ਸਾਰੀ ਦੁਨੀਆ ਦੀ ਜਿਹੜੀ ਸਰਕਾਰ ਹੈ ਕਿ ਉਸ ਚੀਜ਼ ਨੂੰ ਕੰਡੈਮ ਕਰੇ, ਤੇ ਉਹ ਕਹਿ ਰਿਹਾ ਕੈਨੇਡੀਅਨ ਸਰਕਾਰ ਕਿ ਤੁਸੀਂ ਉਹ ਚੀਜ਼ ਕੰਡੈਮ ਕਰ। That's on even conservative party ਜਿਹੜੇ ਦੂਜੀ ਰਾਈਟ ਵਿੰਗ ਹੈ, ਸੋ ਮਤਲਬ ਸਾਡਾ ਲੈਫਟ ਵਿੰਗ ਐਂਡ ਰਾਈਟ ਵਿੰਗ ਇਸ ਗੱਲ 'ਚ ਸਹਿਮਤ ਹੈ ਕਿ ਜਿਹੜੀਆਂ ਚੀਜ਼ਾਂ ਉਹ ਚੱਲਦੀਆਂ ਬੇਸਿਕ ਹਿਊਮਨ ਰਾਈਟਸ ਨੇ, ਉਹ ਬੇਸਿਕ ਹਿਊਮਨ ਰਾਈਟਸ ਨੇ, ਉਸ ਚੀਜ਼ਾਂ ਨੂੰ ਤੁਸੀਂ ਉਸ ਚੀਜ਼ਾਂ ਲਈ ਲੜੋ ਤੇ ਉਹ ਤੁਹਾਡੇ ਨਾਲ ਸਾਥ ਖੜੇ ਆ। ਤੇ ਅਸੀਂ ਇਹੀ ਗੱਲ ਕਰਨਾ ਚਾਹੁੰਦੇ ਹਾਂ, ਪਹਿਲੇ ਦਿਨ ਤੋਂ ਸਾਡਾ ਤੁਸੀਂ ਹਨੀਵਾਲੀਆ ਸ਼ੋਜ਼ ਤੇ ਸਾਡੇ ਨਾਲ ਜੁੜੇ ਹੋ, ਅਸੀਂ ਇਹੀ ਕਰ ਰਹੇ ਹਾਂ, ਅਸੀਂ ਆਪਦੇ ਓਪੀਨੀਅਨਸ ਬਿਲਕੁਲ ਦੇ ਰਹੇ ਹਾਂ, ਪਰ ਜਿਹੜਾ ਸਾਡਾ ਬੇਸਿਕ ਮੁੱਦਾ, ਜੋ ਅਸੀਂ ਬੇਸਿਕ ਗੱਲਾਂ ਕਰਨਾ ਚਾਹੁੰਦੇ ਹਾਂ, ਉਹ ਇਹੀ ਆ ਕਿ ਵੀ ਸਾਨੂੰ ਆਪਦੇ ਹੱਕਾਂ ਲਈ, ਆਪਦੇ ਰਾਈਟਸ ਲਈ, ਜੋ ਇਹ ਕਨਸਟੀਟਿਊਸ਼ਨ ਦੇ ਆਧਾਰ ਤੇ ਸਾਨੂੰ ਦਿੱਤੇ ਗਏ ਨੇ ਐਜ਼ ਅ ਸਿਟੀਜ਼ਨ ਆਫ ਦਾ ਕੰਟਰੀ, ਸਾਨੂੰ ਉਹ ਮਿਲਣੇ ਚਾਹੀਦੇ ਨੇ। ਉੱਥੇ ਤਾਨਾਸ਼ਾਹੀ ਨਹੀਂ ਹੋਣੀ ਚਾਹੀਦੀ ਵੀ ਹਾਂ ਜੀ ਇੱਥੇ ਹੁਣ ਮੈਜਿਸਟ੍ਰੇਟ ਦਾ ਰੂਲ ਆ ਗਿਆ ਜੀ, ਇੱਥੇ ਹੁਣ ਪੁਲਿਸ ਆ ਗਈ, ਇੱਥੋਂ ਸਾਨੂੰ ਚੱਕ ਦੇਣਗੇ। ਐਬਸੋਲੂਟਲੀ ਨਾਟ, ਵੀ ਹੈਵ ਟੂ ਸਟੈਂਡ ਆਰ ਗਰਾਊਂਡ। ਸਾਨੂੰ ਉਹ ਪੀਸਫੁਲੀ ਪ੍ਰੋਟੈਸਟ ਕਰਨ ਦਾ ਆਧਾਰ ਹੱਕ ਹੈ ਤੇ ਉਹ ਹੱਕ ਸਾਡਾ ਛਿਣਿਆ ਨਹੀਂ ਜਾਣਾ ਚਾਹੀਦਾ। ਉਹ ਸੇਮ ਆਪਾਂ ਉਹ ਗੱਲਾਂ ਦੇਖੀਆਂ ਨੇ US ਦੇ ਵਿੱਚ ਹੋਈਆਂ ਨੇ, ਗਵਰਨਮੈਂਟਸ ਕਰ ਰਹੀਆਂ ਨੇ। ਆਪਣਾ ਮੁੱਦਾ ਕੀ ਆ? ਕਾਨੂੰਨ ਜੋ ਇਹ ਕਾਲੇ ਪਾਸ ਹੋਏ ਨੇ, ਆਪਣੇ ਡਿਸਕਸ਼ਨਸ ਤੋਂ ਬਿਨਾ ਪਾਸ ਹੋਏ ਨੇ, ਸਾਡੇ ਅਗੇਂਸਟ ਨੇ। We have to get these repealed. That's all. Don't worry about anything else. ਆਪਾਂ ਨੂੰ ਜਿਹੜਾ ਇਹ ਗੋਦੀ ਮੀਡੀਆ, ਜੋ ਇਹ ਨੈਸ਼ਨਲ ਮੀਡੀਆ ਨੈਗੇਟਿਵਿਟੀ ਜਾਂ ਕੰਟਰੋਵਰਸੀਆਂ ਫੀਡ ਕਰਦਾ, ਆਪਾਂ ਉਹ ਚੀਜ਼ਾਂ ਛੇਤੀ ਫੀਡ ਕਰ ਲੈਂਦੇ ਆ ਤੇ ਉਹਦੇ ਤੇ ਆਪਾਂ ਕਮੈਂਟਸ ਪਾ ਦਿੰਦੇ ਆ, ਉਹਦੇ ਤੇ ਆਪਾਂ ਲੜਨ ਲੱਗ ਜਾਂਦੇ ਆ, ਆਪਾਂ ਆਪਦੀ ਕਮਿਊਨਿਟੀ ਖਰਾਬ ਕਰ ਰਹੇ ਆ, ਆਪਦਾ ਭਾਈਚਾਰਾ ਖਰਾਬ ਕਰ ਰਹੇ ਆ। ਫਿਰ ਸਾਡੇ ਹਾਂਜੀ, ਸੋ ਜਦੋਂ ਬਲੈਕ ਲਾਈਵਸ ਮੈਟਰ ਅਮਰੀਕਾ ਦੇ ਵਿੱਚ ਜਿਹੜਾ ਮੂਵਮੈਂਟ ਸ਼ੁਰੂ ਹੋਇਆ ਸੀ ਪਿਛਲੇ ਸਾਲ ਦੇ ਵਿੱਚ, ਕਈ ਹੋਰ ਵੀ ਲਾਈਕ ਮਾਈਨੋਰਿਟੀ ਕਮਿਊਨਿਟੀਆਂ ਦੇ ਵਿੱਚ ਉਹ ਜੁੜੇ ਸੀ। ਕਿਉਂ ਜੁੜੇ ਨਾ? ਜਦੋਂ ਹੁਣ ਬਲੈਕ ਲਾਈਵਸ ਮੈਟਰ ਜਿਹੜੇ ਉੱਥੇ ਅਮਰੀਕਾ ਦੇ ਜਿਹੜੇ ਬਲੈਕਸ ਆ, ਉਹਨਾਂ ਨੇ ਉਹ ਆਪਣੇ ਹੱਕਾਂ ਲਈ ਲੜ ਰਹੇ ਸੀ। ਉਹ ਕਹਿੰਦੇ ਸੀ ਕਿ ਜਿਹੜਾ ਡਿਸਕ੍ਰਿਮੀਨੇਸ਼ਨ ਸਾਡੇ ਨਾਲ ਹੁੰਦਾ ਹੈ, ਰੇਸਿਜ਼ਮ ਸਾਡੇ ਨਾਲ ਹੁੰਦਾ, ਸਰਕਾਰ ਵੱਲੋਂ ਜਿਹੜਾ ਹੁੰਦਾ ਆ, ਕਿ ਉਹਦੇ ਖਿਲਾਫ ਅਸੀਂ ਉੱਠੇ ਸੀਗੇ। ਪਰ ਲੋਕੀ ਵੀ ਹੋਰ ਜੁੜੇ ਉਹਨਾਂ ਨਾਲ, ਕਿ ਜਿਹੜੇ ਸਾਡੇ ਆਪਣੇ ਕੋਈ ਸਾਊਥ ਏਸ਼ੀਅਨ ਵੀ, ਉਹ ਸਾਰੇ ਜੁੜੇ। ਕਿਉਂ ਜੁੜੇ? ਕਰਕੇ ਜਦੋਂ ਇੱਕ ਕਮਿਊਨਿਟੀ ਆਪਣੇ ਹੱਕਾਂ ਲਈ ਲੜ ਰਹੇ ਆ, ਜਦੋਂ ਉਹ ਐਕੁਇਟੀ ਲਈ ਲੜ ਰਹੇ, ਇਕੁਆਲਿਟੀ ਲਈ ਲੜ ਰਹੇ ਆ, ਕਿ ਉਹ ਹਰ ਬੰਦੇ ਦਾ ਇੱਕ ਬੈਨੀਫਿਟ, ਸਾਰੇ ਨੂੰ ਬੈਨੀਫਿਟ ਮਿਲਦਾ ਹੈ, ਹਰ ਬੰਦੇ ਨੂੰ ਉਹ ਚੀਜ਼ ਬੈਨੀਫਿਟ ਕਰ ਰਹੀ ਆ, ਕਿ ਜੇ ਉਹਨਾਂ ਨੂੰ ਉਹ ਡਿਸਕ੍ਰਿਮੀਨੇਸ਼ਨ ਖਤਮ ਹੁੰਦਾ ਹੈ, ਉਹ ਰੇਸਿਜ਼ਮ ਖਤਮ ਹੁੰਦਾ ਹੈ, ਕਿ ਬਾਕੀਆਂ ਦਾ ਵੀ ਖਤਮ ਹੁੰਦਾ ਹੈ। ਸੋ
ਅਸੀਂ ਦੇਖ ਰਹੇ ਹਾਂ ਕਿ ਕਈ ਸਾਡੇ ਨਾਲ ਕਿਉਂ ਕਮਿਊਨਿਟੀ ਜੁੜੀਆਂ ਕਿ ਜੇ ਅਸੀਂ ਇਸ ਚੀਜ਼ ਨੂੰ ਅਸੀਂ ਸਕਸੈਸਫੁਲੀ ਅਸੀਂ ਲੜ ਸਕਦੇ ਹਾਂ ਕਿ ਉਹਨਾਂ ਨੂੰ ਵੀ ਫਾਇਦਾ ਮਿਲ ਸਕਦਾ ਕਿ ਕਾਨੂੰਨ ਦਾ ਕੋਈ like there is some rule of law, there is some protection through the rule of law. ਇਸ ਟਾਈਮ ਤੇ ਲੋਕਾਂ ਨੂੰ ਲੱਗ ਰਿਹਾ ਕਿ ਜਿਹੜੇ ਕਾਨੂੰਨ ਆ ਜਿਹੜਾ ਸਰਕਾਰੀ ਗਵਰਨਮੈਂਟ ਆ ਕਿ ਜੁਡੀਸ਼ਰੀ ਸਿਸਟਮ ਉਹਨਾਂ ਦੇ ਖਿਲਾਫ ਆ ਕਿ ਜਿਹੜੇ 14.7% ਜਿਹੜੇ ਮੁਸਲਮਾਨ ਪੋਪੂਲੇਸ਼ਨ ਇੰਡੀਆ ਦੇ ਵਿੱਚ ਜਿਹਨੂੰ ਦਬਾਇਆ ਜਾਂਦਾ ਸੀ, ਜਿਨ੍ਹਾਂ ਨੂੰ ਸ਼ਹੀਨ ਬਾਗ ਚੋਂ ਕੁੱਟ-ਕੁੱਟ ਕੇ ਭੇਜਿਆ ਘਰਾਂ 'ਚ, ਜਿਹੜੇ ਹੁਣ ਚੁੱਪ ਆ ਆਪਣੇ ਘਰਾਂ 'ਚ, ਉਹ ਉਸ ਚੀਜ਼ ਜਿਹੜਾ ਤੁਹਾਡਾ ਜਿਹੜਾ ਆਪਣਾ ਅੰਦੋਲਨ ਹੈ, ਆਪਣਾ ਜਿਹੜਾ ਸੰਘਰਸ਼ ਆ ਕਿ ਉਹਨੂੰ ਦੇਖ ਕੇ ਉਹਨਾਂ ਨੂੰ ਹੋਪ ਮਿਲ ਰਹੀ ਆ ਕਿ ਸਾਡਾ ਵੀ ਜਦੋਂ ਹੁਣ ਬਬਰੀ ਮਸਜਿਦ ਦੇ ਉੱਪਰ ਆਰਐਸਐਸ ਨੇ ਆਪਣਾ ਝੰਡਾ ਲਾਇਆ ਕਿ ਉਸ ਚੀਜ਼ ਨੂੰ ਉਹਨਾਂ ਨੂੰ ਰੀਅਲਾਈਜ਼ ਹੋ ਰਿਹਾ ਵੀ ਉਹ ਗਲਤ ਸੀ, ਪਰ ਐਟਲੀਸਟ ਹੁਣ ਉਹਨਾਂ ਨੂੰ ਦੇਖ ਰਿਹਾ ਕਿ ਅਸੀਂ ਇਸ ਸਰਕਾਰਾਂ ਦੇ ਅਸੀਂ ਇਸ ਮੂਵਮੈਂਟਾਂ ਦੇ ਲੜ ਸਕਦੇ ਹਾਂ ਕਿ ਅਸੀਂ ਖੜ ਸਕਦੇ ਹਾਂ ਕਿ ਇੱਕ ਹੋਪ ਹੈ ਇਸ ਦੇਸ਼ ਦਾ। ਇਸੇ ਮੈਂ ਕੋਈ ਬੜਾ ਵੱਡਾ ਪ੍ਰਚਾਰਕ ਨਹੀਂ, ਕਿਤੋਂ ਨਾ ਕਿਤੋਂ ਦੋ ਚਾਰ ਗੱਲਾਂ ਪੜ੍ਹ ਕੇ ਲਿਖ ਕੇ ਕਿਤਾਬਾਂ ਚੋਂ ਭਾਜੀ ਨਾ ਕਰਕੇ ਮੈਂ ਲੈ ਆਣਾ ਤੁਹਾਡੇ ਲਈ ਇੱਕ ਨਿੱਕੀ ਜੀ ਇੱਕ ਐਗਜ਼ਾਮਪਲ ਮੈਂ ਰੱਖਣ ਲੱਗਾ ਇਸੇ ਕਰਕੇ ਬਈ ਕਿਤੇ ਜੰਗਲ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਜੰਗਲ ਦੇ ਵਿੱਚ ਜਦੋਂ ਅੱਗ ਲੱਗ ਜਾਂਦੀ ਹੈ ਉੱਥੇ ਪਿੰਡ ਵੀ ਨੇ, ਲੋਕੀ ਵੀ ਰਹਿ ਰਹੇ ਨੇ, ਇੱਥੇ ਸ਼ੇਰ, ਹਾਥੀ, ਇਨਸਾਨ ਸਾਰੇ ਉਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇੱਕ ਸਾਡੇ ਵਰਗੀ ਨਿੱਕੀ ਜੀ ਚਿੜੀ ਉਹ ਜਿਵੇਂ ਕਹਿੰਦੇ ਆ ਜਾਂਦੀ ਆ ਲੰਮੀ ਉਡਾਨ ਭਰ ਕੇ ਰਿਵਰ ਦੇ ਵਿੱਚੋਂ ਆਪਦੀ ਇੱਕ ਚੁੰਝ ਭਰ ਕੇ ਲਿਆ ਕੇ ਸਿੱਟਦੀ ਆ, ਘੰਟਾ ਲਾਉਂਦੀ ਆ, ਦਰਖਤ ਤੇ ਬਹਿੰਦੀ ਆ, ਉਹ ਸਾਹ ਲੈਂਦੀ ਆ, ਮੁੜ ਕੇ ਫੇਰ ਜਾਂਦੀ ਆ, ਉੱਥੇ ਹੀ ਦਰਖਤ ਤੇ ਬੈਠਾ ਇੱਕ ਚਿੱਟਾ ਕਬੂਤਰ ਉਹਨੂੰ ਦੇਖ ਰਿਹਾ ਹੁੰਦਾ। ਜਦੋਂ ਉਹ ਸਾਰੀ ਦਿਹਾੜੀ ਲੰਘ ਜਾਂਦੀ ਆ ਕਰਦੀ ਦੀ, ਉਹ ਚਿੱਟਾ ਕਬੂਤਰ ਉਸ ਨੂੰ ਪੁੱਛਦਾ ਵੀ ਚਿੜੀਏ ਭਲੀਏ ਲੋਕੇ ਇੰਨੇ 2 ਘੰਟਿਆਂ ਦੀ ਉਡਾਨ ਤੂੰ ਜਾਨੀ ਆ, ਘੰਟਾ ਆਉਣੀ ਆ ਤੇ ਇੱਕ ਚੁੰਝ ਦੇ ਵਿੱਚ 2 ਤੁਪਕੇ ਪਾਣੀ ਦੇ ਤੂੰ ਲੈ ਕੇ ਜਾਨੀ ਆ, ਇਹ ਤੇਰਾ ਅੱਗ ਦੇ ਉੱਤੇ ਕੀ ਅਸਰ ਹੋਏਗਾ, ਅੱਗ ਦੇ ਉੱਤੇ ਕੀ ਅਸਰ ਪੈਣਾ? ਤੇ ਉਹ ਚਿੜੀ ਦਾ ਜਵਾਬ ਦਿੰਦੀ ਹੈ ਤਾਂ ਧਿਆਨ ਨਾਲ ਸੁਣਿਓ ਮੇਰੀ ਗੱਲ। ਉਹ ਚਿੜੀ ਕਹਿੰਦੀ ਇਹ ਹਿਸਟਰੀ ਆ, ਇਹ ਬਣ ਜਾਣੀ ਆ, ਅੱਗ ਬੁਝੇ ਜਾਂ ਪਿੰਡ ਮੱਚੇ, ਕੱਲ ਨੂੰ ਇਹ ਚੀਜ਼ ਕਿਤਾਬਾਂ ਦੇ ਵਿੱਚ ਹਿਸਟਰੀ ਦੇ ਵਿੱਚ ਕਿਤੇ ਨਾ ਕਿਤੇ ਲਿਖੀ ਜਾਊ ਤੇ ਮੇਰਾ ਨਾਂ ਉਸ ਹਿਸਟਰੀ ਦੇ ਪੰਨਿਆਂ ਦੇ ਵਿੱਚ ਆਏਗਾ ਵੀ ਇਸ ਚਿੜੀ ਨੇ ਅੱਗ ਬੁਝਾਉਣ ਦੇ ਵਿੱਚ ਕੋਸ਼ਿਸ਼ ਕੀਤੀ, ਨਾ ਕਿ ਅੱਗ ਮਚਾਉਣ ਦੇ ਵਿੱਚ। ਇਹ ਤੁਹਾਡੇ ਤੇ ਡਿਪੈਂਡ ਕਰਦਾ ਦੋਸਤੋ ਵੀ ਤੁਸੀਂ ਇਸ ਮੂਵਮੈਂਟ ਨਾਲ ਜੁੜ ਕੇ ਇਸ ਨੂੰ ਇੱਕ ਗੱਠਜੋੜ ਬਣਾ ਕੇ ਲੋਕਾਂ ਦੇ ਨਾਲ ਜੁੜ ਕੇ ਡਿਵੀਜ਼ਨ ਨੂੰ ਹਟਾ ਕੇ ਉਹ ਚਿੱਟੇ ਕਬੂਤਰਾਂ ਤੋਂ ਬਚ ਕੇ ਆਪਾਂ ਇਹ ਸੋਚਣਾ ਵੀ ਆਪਾਂ ਕਿੱਥੇ ਜਾ ਕੇ ਇਹ ਮੂਵਮੈਂਟ ਦੇ ਵਿੱਚ ਹਿੱਸਾ ਕਿਵੇਂ ਪਾਉਣਾ, ਇਸ ਗੱਲ ਦਾ ਧਿਆਨ ਰੱਖਿਓ। ਜਿਵੇਂ ਹਰਮਨ ਨੇ ਗੱਲ ਕੀਤੀ ਹੈ, ਦੇਖੋ ਇਹ ਇਸ਼ੂ ਸੇ ਸ਼ੁਰੂ ਹੋਇਆ ਫਾਰਮਰਸ ਦਾ, ਹਾਂਜੀ ਹੁਣ ਇਹਦਾ ਸਕੇਲ ਵੱਧ ਗਿਆ ਹਿਊਮਨ ਰਾਈਟਸ ਤੇ, ਦੈਨ ਯੂ ਟਾਕ ਅਬਾਊਟ ਰੇਸਿਜ਼ਮ ਦੀ ਗੱਲ ਕੀਤੀ, ਇਹ ਫਾਰਮਰਸ ਨੇ ਨਹੀਂ ਕੀਤਾ। ਫਾਰਮਰਸ ਦੇ ਵਿਚਾਰੇ ਆਪਣੇ ਹੱਕ ਮੰਗ ਰਹੇ ਨੇ ਵੀ ਆ ਸਾਨੂੰ ਲਾਜ਼ ਨੇ ਇਹ ਰੀਪੀਲ ਕਰ ਦਿਓ ਤੇ ਦੈਟਸ ਇਟ, ਪਰ ਇਹਨੂੰ ਇਸ ਸਕੇਲ ਤੇ ਲੈ ਕੇ ਜਾਣਾ ਹੂ ਇਜ਼ ਡੂਇੰਗ ਇਟ, ਇਹ ਵੀ ਇੱਕ ਕੁਐਸਚਨ ਹੈ ਕੌਣ ਕਰ ਰਿਹਾ। ਹਾਂਜੀ ਆਬਵੀਅਸਲੀ ਕਿਸੇ ਗਵਰਨਮੈਂਟ ਕਿਸੇ ਨਾ ਕਿਸੇ ਚਾਹੁੰਦੇ ਨੇ ਵੀ ਇਹ ਦੂਜੇ ਪਾਸੇ ਜਾਵੇ ਸਾਰਾ ਕੁਝ, ਤੇ ਇਹ ਮੂਵਮੈਂਟਸ ਕਿਤੇ ਨਾ ਕਿਤੇ ਗਵਰਨਮੈਂਟਸ ਜਾਂ ਕਿਤੇ ਕੋਈ ਹੋਰ ਆਪਾਂ ਉਹ ਚਿੱਟੇ ਕਬੂਤਰ ਰਲ ਕੇ ਖਰਾਬ ਕਰ ਰਹੇ ਨੇ ਵੀ ਇਹ ਗੱਲਾਂ ਖਰਾਬ ਹੋ ਜਾਣ। ਤੇ ਦੂਜੀ ਗੱਲ ਮੈਂ ਇੱਕ ਤੁਹਾਡੇ ਨਾਲ ਸਾਂਝੀ ਕਰਦੇ ਆ, ਅਸੀਂ ਕਿਸੇ ਨੂੰ ਸਹੀ ਨਹੀਂ ਠਹਿਰਾਇਆ, ਸਾਡਾ ਮਨ ਦੇ ਵਿੱਚ ਸਾਡੇ ਕਿਸੇ ਇਹ ਨਹੀਂ ਹੈਗਾ ਵੀ ਜੀ ਕੋਈ ਆਹ ਲੀਡਰ ਸਹੀ ਆ ਜਾਂ ਕੋਈ ਆਹ ਲੀਡਰ ਅੱਗੇ ਆ ਗਿਆ ਜਾਂ ਅਸੀਂ ਉਹਨੂੰ ਵੋਟਾਂ ਪਾਉਣੀਆਂ। ਉਹ ਲੀਡਰਸ਼ਿਪ ਜਿਹੜੀ ਆਪਣੀ ਇੰਟਰਨਲ ਆ, ਜਿਵੇਂ ਹਰਮਨ ਨੇ ਭਾਜੀ ਉਹਨਾਂ ਨੇ ਗੱਲ ਕੀਤੀ ਆ, ਉਹ ਆਪਾਂ ਬਾਅਦ ਦੇ ਵਿੱਚ ਡੀਲ ਕਰਾਂਗੇ ਵੀ ਆਪਾਂ ਜਦੋਂ ਹੁਣ ਵੋਟਾਂ ਆਉਣਗੀਆਂ, ਚਾਹੇ ਉਹ ਸਟੇਟ ਲੈਵਲ ਤੇ ਨੇ, ਚਾਹੇ ਫੈਡਰਲ ਲੈਵਲ ਤੇ ਨੇ, ਚਾਹੇ ਲੋਕਲ ਕਾਉਂਸਲ ਲੈਵਲ ਤੇ ਨੇ, ਪੰਜਾਬ, ਹਰਿਆਣਾ, ਯੂਪੀ ਦੇ ਵਿੱਚ ਆਪਾਂ ਵੋਟਾਂ ਕਿਹਨੂੰ ਪਾਉਣੀਆਂ ਉਹ ਆਪਾਂ ਬਾਅਦ ਚ ਦੇਖਾਂਗੇ। ਆਪਣਾ ਰਾਈਟ ਨਾਓ ਮੁੱਦਾ ਇਹ ਆ ਵੀ ਆਪਾਂ ਜਿਹੜੇ ਉਹ ਕਾਨੂੰਨ ਨੇ ਉਹ ਰੀਅਪੀਲ ਕਰਾਉਣੇ ਨੇ, ਆਪਾਂ ਇਸ ਮੂਵਮੈਂਟ ਨਾਲ ਜੁੜੇ ਰਹਿਣਾ। ਫੇਸਬੁੱਕ ਤੇ, ਟਵਿੱਟਰ ਤੇ, ਇੰਸਟਾਗ੍ਰਾਮ ਤੇ ਕੁਐਸਚਨ ਇਹ ਨਾ ਪੁੱਛੋ ਵੀ ਕੌਣ ਸਹੀ ਆ ਕੌਣ ਗਲਤ ਆ, ਕੁਐਸਚਨ ਇਹ ਪੁੱਛੋ ਵੀ ਮੇਰੇ ਪਿੰਡ ਤੋਂ ਕੌਣ ਜਾ ਰਿਹਾ, ਮੇਰੇ ਐਡਮਿੰਟਨ ਤੋਂ ਕੌਣ ਜਾ ਰਿਹਾ, ਕੈਨੇਡਾ ਤੋਂ ਕੌਣ ਸਪੋਰਟ ਕਰ ਰਿਹਾ, ਸਾਡੇ ਪੰਜਾਬ ਤੋਂ, ਯੂਪੀ ਤੋਂ, ਟਕੈਤ ਤੋਂ, ਰੌਕਦਰੋ ਤੋਂ ਕੌਣ ਆ ਰਿਹਾ, ਕੌਣ ਸਾਡੀ ਸਪੋਰਟ। ਕੁਐਸਚਨ ਉਹ ਪੁੱਛੋ ਜੋ ਲੋਕਾਂ ਨੂੰ ਐਨਕਰੇਜ ਕਰਨ, ਤਾਂ ਕਿ ਇਹ ਜਿਹੜੀ ਮੂਵਮੈਂਟ ਆ ਹੁਣ ਪੋਜ਼ਿਟਿਵ ਹੋ ਚੁੱਕੀ ਆ, ਇੱਕ ਵਾਰੀ ਲੱਗਦਾ ਸੀ ਵੀ ਨੈਗੇਟਿਵ ਹੋ ਗਿਆ, ਦੁਬਾਰਾ ਫਿਰ ਪੋਜ਼ਿਟਿਵ ਹੋ ਚੁੱਕੀ ਆ, ਤਾਂ ਕਿ ਉਹ ਪੋਜ਼ਿਟਿਵ ਹੋ ਸਕਣ। ਤੇ ਮੈਂ ਉਸੇ ਗੱਲ ਨਾਲ, ਯੂ ਪ੍ਰੋਬਬਲੀ ਗਾਇਜ਼ ਨੋ ਦਿਸ ਵੈਰੀ ਵੈਲ, ਜੌਨ ਲੂਇਸ ਕਾਂਗਰਸਮੈਨ ਇੰਟਰਨੈਸ਼ਨਲ ਆਪਣੀ ਜਾਰਜੀਆ ਤੋਂ, ਉਹ ਕਿਤੇ ਨਾ ਕਿਤੇ ਮੈਂ ਉਹ ਕਈ ਵਾਰੀ ਉਹ ਚੀਜ਼ ਪੜ੍ਹੀ ਆ ਵੀ ਜਦੋਂ ਮੂਵਮੈਂਟ ਹੋਈ ਸੀ 3 ਵਾਰੀ ਮਾਰਚ ਹੋਇਆ US ਦੇ ਵਿੱਚ, ਇਹ ਪੜ੍ਹ ਲਿਓ ਜੇ ਕਿਤੇ ਤੁਹਾਡਾ ਟਾਈਮ ਲੱਗੇ। ਉਹ ਹੁਣ ਜੇ ਆਪਾਂ ਕਹੀ ਵੀ ਜੌਨ ਲੂਇਸ ਉਦੋਂ ਬਾਅਦ ਕਾਂਗਰਸਮੈਨ ਬਣ ਗਿਆ, ਉਹ 20 ਸਾਲ 25 ਸਾਲ ਕਾਂਗਰਸ ਦੇ ਵਿੱਚ ਰਿਹਾ ਤੇ ਉਹਨੂੰ ਮੈਡਲ ਆਫ ਆਨਰ ਦਿੱਤਾ ਜਿਵੇਂ ਕਹਿੰਦੇ ਪ੍ਰੈਜ਼ੀਡੈਂਟ ਓਬਾਮਾ ਨੇ, ਤੇ ਉਹ ਦੁਬਾਰਾ ਫਿਰ ਉਹ ਬ੍ਰਿਜ ਤੇ ਲੈ ਕੇ ਗਿਆ ਤੇ ਜਦੋਂ ਉਹਦਾ ਫਿਊਨਰਲ ਹੋਇਆ ਉਦੋਂ ਵੀ ਉਹ ਬ੍ਰਿਜ ਤੇ ਲੈ ਕੇ ਗਏ। ਉਹ ਹੁਣ ਇਹ ਲੋਕਾਂ ਨੂੰ ਸਮਝਣਾ ਪੈਣਾ ਵੀ ਜਦੋਂ ਇਹ ਮੂਵਮੈਂਟਸ ਹੁੰਦੀਆਂ ਨੇ ਕਿਤੇ ਨਾ ਕਿਤੇ ਕੋਈ ਨਾ ਕੋਈ ਲੀਡਰ ਆ ਜਾਏਗਾ, ਉਹ ਪੋਲੀਟੀਕਲ ਲੈਵਲ ਤੇ ਉਹਦਾ ਫਾਇਦਾ ਹੋ ਜਾਏਗਾ, ਉਹ ਫਾਇਦਾ ਚੱਕ ਜਾਏਗਾ। ਮੈਂ ਇਹ ਨਹੀਂ ਕਹਿ ਰਿਹਾ ਵੀ ਜੌਨ ਲੂਇਸ ਨੇ ਫਾਇਦਾ ਚੱਕਿਆ ਜਾਂ ਕੀਤਾ, ਪਰ ਉਹ ਪੋਲੀਟੀਕਲੀ ਜਦੋਂ ਉਹ ਇਨਵੋਲਵ ਸੀ ਇਸ ਮਾਰਚ ਦੇ ਵਿੱਚ, ਉਹਦਾ ਕੋਈ ਮਕਸਦ ਨਹੀਂ ਸੀ ਵੀ ਮੈਂ ਪੋਲੀਟੀਕਲ ਕਾਂਗਰਸਮੈਨ ਬਣਨਾ ਜਾਂ ਮੈਂ ਪੋਲੀਟੀਕਲ ਲੈਵਲ ਤੇ ਆਉਣਾ ਜਾਂ ਮੈਂ ਸੀ ਤੋਂ ਗੇਨ ਕਰਨਾ, ਸਿਰਫ ਤੇ ਸਿਰਫ ਉਹ ਆਪਦੇ ਹੱਕਾਂ ਲਈ ਲੜ ਰਿਹਾ ਸੀ। ਆਪਾਂ ਨੂੰ ਵੀ ਅੱਜ ਸਿਰਫ ਤੇ ਸਿਰਫ ਆਪਣੇ ਹੱਕਾਂ ਲਈ ਲੜਨਾ ਪੈਣਾ, ਚਾਹੇ ਉਹ ਫਾਰਮਰਸ ਦੇ ਹੋਣ, ਚਾਹੇ ਉਹ ਮਜ਼ਦੂਰਾਂ ਦੇ ਹੋਣ, ਚਾਹੇ ਆਪਣੇ ਬੇਸਿਕ ਹਿਊਮਨ ਰਾਈਟਸ ਹੋਣ, ਵੀ ਅਸੀਂ ਪ੍ਰੋਟੈਸਟ ਕਰ ਸਕੀਏ
ਇਸ ਕਨਸਟੀਟਿਊਸ਼ਨ ਦੇ ਬੇਸ ਤੇ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ, ਤਾਂ ਕਿ ਉਹ ਆਪਣੇ ਕੋਲੋਂ ਹੱਕ ਖੋਏ ਨਾ ਜਾ ਸਕਣ। ਹਰਮਨ, ਕੀ ਕਹਿਣਾ ਚਾਹੋਗੇ ਲਾਸਟ ਮਿੰਟ ਤੇ, ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਕਿ ਜੋ ਵੀ ਸਰਕਾਰ ਹੁੰਦੀ ਹੈ, ਦੁਨੀਆ ਦੀ ਜੋ ਡੈਮੋਕ੍ਰੈਟਿਕ ਸਰਕਾਰ ਹੁੰਦੀ ਹੈ, ਉਹਨਾਂ ਨੂੰ ਫਿਕਰ ਹੁੰਦਾ ਹੈ ਆਪਣੇ ਵੋਟਾਂ ਦਾ, ਆਪਣਾ ਜਿਹੜਾ ਪਬਲਿਕ ਦਾ ਸੈਂਟੀਮੈਂਟ ਆ, ਕਿ ਇੰਨਾ ਪਬਲਿਕ ਦਾ ਸੈਂਟੀਮੈਂਟ ਜੁੜ ਚੁੱਕਾ ਸੀ ਕਿਸਾਨਾਂ ਨਾਲ। ਉਹ ਚੀਜ਼ ਨੂੰ ਤੋੜਨ ਦੀ ਕੋਸ਼ਿਸ਼ ਵਿੱਚ ਜੋ ਵੀ ਪਿਛਲੇ ਦਿਨਾਂ ਦੇ ਵਿੱਚ ਕੋਸ਼ਿਸ਼ ਸੀ ਸਰਕਾਰ ਦੀ, ਉਹ ਖੇਡ ਕਾਮਯਾਬ ਨਹੀਂ ਹੋਈ। ਤੇ ਹੁਣ ਕਿ ਜਿਹੜੇ ਜਿੰਨੇ ਵੀ ਹਰਿਆਣਵੀ, ਯੂਪੀ ਦੀ, ਰਾਜਸਥਾਨ ਦੇ, ਪੰਜਾਬ ਨਾਲ ਸਾਰੇ ਇਕੱਠੇ ਹੋ ਕੇ ਜੁੜੇ ਆ, ਕਿ ਉਸ ਚੀਜ਼ ਦਾ ਹੁਣ ਡਰ ਆ ਸਰਕਾਰ ਨੂੰ ਕਿ ਜਿੰਨਾ ਚ ਤੁਸੀਂ ਇਕੱਠੇ ਰਹਿਣ, ਉਹਨਾਂ ਚ ਤੁਹਾਡਾ ਜਿਹੜਾ ਮੂਵਮੈਂਟ ਹੈ ਉਹ ਸਕਸੈਸਫੁਲ ਹੋ ਸਕਦਾ ਹੈ। ਐਟ ਦੀ ਐਂਡ ਆਫ ਦ ਡੇ ਸਰਕਾਰ ਇੱਕ ਹੋਰ ਕੀ ਉਹਨਾਂ ਦੀ ਕਿ ਡਰ ਆ ਕਿ ਲੋਕਾਂ ਨੂੰ ਤੁਸੀਂ ਇੰਪਾਵਰਮੈਂਟ ਦੇ ਰਹੇ ਆ, ਲੋਕੀ ਤੁਹਾਡਾ ਜਿਹੜਾ ਹੌਸਲਾ ਦੇਖ ਕੇ, ਤੁਹਾਡੀ ਮੂਵਮੈਂਟ ਦੇਖ ਕੇ ਲੋਕਾਂ ਨੂੰ ਇੱਕ ਇਤਸ਼ਾਹ ਮਿਲਦਾ ਆ ਕਿ ਅਸੀਂ ਆਪਣੇ ਸਿਵਲ ਰਾਈਟਸ ਲਈ ਲੜ ਸਕਦੇ ਹਾਂ, ਅਸੀਂ ਆਪਣੇ ਹੱਕਾਂ ਲਈ ਮੰਗ ਸਕਦੇ ਹਾਂ, ਕੁਝ ਕਰ ਸਕਦੇ ਹਾਂ, ਇਸ ਦੇਸ਼ ਦਾ ਕੁਝ ਬਣ ਸਕਦਾ, ਉਹ ਕਰੀ ਜਾਓ, ਸਕਸੈਸਫੁਲ ਬਣਨਾ ਹੈ। ਪਰ ਐਟ ਦੀ ਐਂਡ ਮੇਰਾ ਇੱਕ ਇਹ ਕਹਿਣ ਦਾ ਕਿ ਜੋ ਵੀ ਜਿਹੜੇ ਵੀ ਹੁਣ ਆਪਣੇ ਸ਼ਹੀਦ ਹੋਏ ਆ ਮੂਵਮੈਂਟ ਦੇ ਵਿੱਚ, ਕਿ ਉਹਨਾਂ ਦਾ ਵੀ ਅਸੀਂ ਕੁਝ ਕਰੀਏ, ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਲਾਈਕ ਸਪੋਰਟ ਕਰੀਏ। ਉਹਨਾਂ ਦੀ ਸ਼ਹੀਦੀ ਅਸੀਂ ਅਣਜਾਣੇ ਨਾ ਜਾਣਦੇ ਹਾਂ 100%। ਤੇ ਪਰ ਐਟ ਦ ਲਾਸਟ ਮੋਮੈਂਟ ਕਿ ਜਦੋਂ ਅਸੀਂ ਹੁਣ ਜਿਹੜੇ ਪਿਛਲੇ ਦਿਨ ਦੇ ਵਿੱਚ ਜਿਹੜੀ ਵਾਇਲੈਂਸ ਸਿੰਘੂ ਬਾਰਡਰ ਤੇ ਹੋਈ ਸੀ, ਜਿਹੜੇ ਪੁਲਿਸ ਨੇ ਵੀ ਸ਼ਾਮਲ ਸੀ, ਜਿਹੜਾ ਉਹ ਨੌਜਵਾਨ ਫਿਰ ਉੱਠ ਕੇ ਖੜ ਕੇ ਆਪਣਾ ਜਿਹੜਾ ਫਤਿਹ ਸਾਂਝ ਕੀਤੀ, ਕਿ ਉਸ ਪੁਲਿਸ ਦੇ ਸਾਹਮਣੇ, ਉਸ ਜਿਹੜੇ ਰਾਈਟਰ ਦੇ ਸਾਹਮਣੇ ਆਪਣੀ ਇੱਕ ਚੜ੍ਹਦੀ ਕਲਾ ਜਿਹੜਾ ਆਪਣਾ ਇਮੋਸ਼ਨ ਦਿਖਾ ਲਿਆ, ਕਿ ਉਹ ਰਾਈਟ ਅਵੇ ਜਿਹੜੀ ਉਹਨਾਂ ਦੀ ਜਿਹੜੀ ਸਰਕਾਰ ਉਹਨਾਂ ਦੀ ਸਪਿਰਿਟ ਖਤਮ ਕਰਤੀ। ਬਿਲਕੁਲ, ਕਿ ਲੋਕਾਂ ਦੀ ਸਪਿਰਿਟ ਜਗਾਤੀ। ਬਿਲਕੁਲ ਸਹੀ ਗੱਲ ਹੈ ਭਾਜੀ। ਮੈਂ ਲਾਸਟ 2 ਗੱਲਾਂ ਤੇ ਟੱਚ ਕਰੋ। ਇੱਕ ਤਾਂ ਆਪਣੇ ਕਾਰਡੀਅਲ ਸਾਹਿਬ ਦੀ ਤੁਸੀਂ ਗੱਲ ਕੀਤੀ ਸੀ, ਤੇ ਇੱਕ ਮੈਨੂੰ ਲੱਗਦਾ ਤੁਸੀਂ ਇੱਕ ਹੋਰ ਆਕਸਫੋਰਡ ਦੇ ਡੀਨ ਨੇ ਜੋ ਲਿਖਿਆ, ਉਹਦੇ ਬਾਰੇ ਮੈਨੂੰ ਦੱਸੋ। ਜਿਹੜਾ ਤੇ ਆਪਣਾ ਡਾਕਟਰ ਸਵੈਮਾਨ ਸਿੰਘ ਦੀ ਗੱਲ ਕੀਤੀ ਹੈ, ਮੈਂ ਕੋਸ਼ਿਸ਼ ਕੀਤੀ ਸੀ ਜਿਹੜੀ ਵੀਡੀਓ ਆ ਉਹ US ਮੀਡੀਆ ਨੂੰ ਭੇਜੀ ਜਾਵੇ, ਉੱਥੇ ਕੋਸ਼ਿਸ਼ ਕਰ ਰਹੇ ਨੇ, ਜੋ ਚੱਲ ਗਈ, ਬਟ ਹੁਣ 2-3 ਦਿਨ ਲੰਘ ਗਏ, ਸੋ ਆਈ ਥਿੰਕ ਇਟ ਇਜ਼ ਲੇਟ। ਬਟ ਜਿਹੜੀ ਉਹ ਗੱਲ ਦੱਸ ਰਹੇ ਸੀ ਡਾਕਟਰ ਸਵੈਮਾਨ ਸਿੰਘ ਵੀ, ਉਹਨਾਂ ਤੇ ਉਹ ਡਾਕਟਰ ਨੇ ਉਹ ਆਪਣੀ ਵੈਨਸ ਲੈ ਕੇ ਜਾ ਰਹੇ ਨੇ, ਕਿਵੇਂ ਹੋਇਆ ਸਾਰਾ ਕੁਝ। ਉਹ ਕਹਿੰਦੇ ਵੀ ਜਦੋਂ ਅਸੀਂ ਉੱਥੇ ਪਹੁੰਚੇ ਆ ਨਨਗੋਲੀ ਜਿਹੜਾ ਕੋਈ ਬਾਰਡਰ ਹੈਗਾ, ਤੇ ਉੱਥੇ ਸਾਨੂੰ ਕੋਈ ਲੋਕੀ ਕਹਿੰਦੇ ਵੀ ਬਾਰਡਰ ਦੇ ਦੂਸਰੀ ਸਾਈਡ ਤੇ ਨਾ ਉੱਥੇ ਕੱਟ ਵੱਢ ਸ਼ੁਰੂ ਹੋ ਗਈ, ਕਿਸੇ ਦੀ ਲੱਤ ਵੱਢਤੀ, ਕਿਸੇ ਦਾ ਕੁਛ ਹੈ ਨਾ, ਤੇ ਕਹਿੰਦਾ ਅਸੀਂ ਉਸੇ ਵੇਲੇ ਕਹਿੰਦਾ ਪੁਲਿਸ ਵਾਲੇ ਬਹੁਤ ਕਾਈਂਡ ਸੀ ਸਾਡੇ ਨਾਲ, ਪੁਲਿਸ ਵਾਰ ਵੈਰੀ ਕਾਈਂਡ। ਕਹਿੰਦੇ ਅਸੀਂ ਆਖਿਆ ਵੀ ਉੱਥੇ ਹੋ ਰਿਹਾ ਕੁਛ, ਤੇ ਉਹ ਕਹਿੰਦੇ ਓਕੇ ਤੁਸੀਂ ਵੈਨ ਲੈ ਕੇ ਚਲੇ ਜਾਓ। ਕਹਿੰਦਾ ਅਸੀਂ ਅੱਗੇ ਕਹਿੰਦਾ ਕਿ ਕੁਛ ਵੀ ਨਹੀਂ। ਕਹਿੰਦਾ ਇਹਦਾ ਮੇਨ ਟਾਈਮ ਸਾਨੂੰ ਸਮਝ ਨਹੀਂ ਆਈ ਵੀ ਕੀ ਹੋਇਆ, ਵੀ ਉੱਥੇ ਤਾਂ ਕੁਛ ਵੀ ਨਹੀਂ ਹੋ ਰਿਹਾ। ਤੇ ਪੁਲਿਸ ਵਾਲੇ ਆਏ ਸਾਡੇ ਕੋਲੋਂ, ਤੇ ਇਹਦਾ ਬਸ ਉੱਥੇ ਕੁਝ ਥੋੜਾ ਬਹੁਤਾ ਪਤਾ ਨਹੀਂ ਕੀ ਲੜਾਈ ਝਗੜਾ ਸ਼ੁਰੂ ਹੋਇਆ। 15-20 ਜਣੇ ਪੁਲਿਸ ਵਰਦੀਆਂ ਦੇ ਵਿੱਚ ਆਏ ਤੇ ਕੁੱਟਮਾਰ ਸ਼ੁਰੂ, ਤੇ ਅਸੀਂ ਪੁਲਿਸ ਵਾਲਿਆਂ ਦਾ ਇਲਾਜ ਕਰ ਰਹੇ, ਉਹਨਾਂ ਨੂੰ ਵੀ ਸਮਝ ਆ ਰਹੀ ਵੀ ਇਹ ਕੌਣ ਨੇ, ਕਿੱਥੋਂ ਆ ਗਏ ਨੇ। ਸੋ ਕਹਿੰਦਾ ਇਹ ਸੈਟਅਪ ਜਿਹੜਾ ਆ, ਇਹ ਪਤਾ ਨਹੀਂ ਉਧਰੋਂ ਵੀ ਸੈਟਅਪ ਸੀ, ਇਧਰੋਂ ਵੀ ਸੈਟਅਪ ਸੀ, ਇਟ ਵਾਸ ਆਲ ਸੈਟਅਪ ਉਹਦੇ ਅਕੋਰਡਿੰਗਲੀ, ਡਾਕਟਰ ਸੁਮਨ ਸਿੰਘ ਦੇ ਅਕੋਰਡਿੰਗਲੀ, ਬਟ ਇਟ ਵਾਸ ਆਲ ਸੈਟਅਪ ਫਰਮ ਬੋਥ ਸਾਈਡਸ, ਹੈ ਨਾ। ਤੇ ਇੱਕ ਤੇ ਉਹ ਇੱਕ ਇਹ ਆਰਟੀਕਲ ਬਹੁਤ 26 ਜਨਵਰੀ ਨੂੰ ਲਿਖਿਆ ਹੋਇਆ, ਨਰਿੰਦਰ ਮੋਦੀ ਹੈਜ਼ ਟਰਨਡ ਇੰਡੀਆ ਇਨਟੂ ਕੁਐਗਮਾਇਰ, ਆਸ਼ੀਸ਼ ਰੇ ਦਾ। ਉਹਦੇ ਵਿੱਚ ਇੱਕ ਬੜੀ ਮਤਲਬ ਇਟਸ ਅ ਵੈਰੀ ਬਹੁਤ ਵੱਡੀ ਗੱਲ ਹੈ ਜਿਹੜੀ ਲਿਖੀ ਹੈ, ਬਟ ਇਹ ਉਹਦਾ ਮੀਨਿੰਗ ਤਾਂ ਨਾਲ ਜਿਹੜੀ ਮੈਂ ਗੱਲ ਨੋਟ ਕਰਨਾ ਚਾਹੁੰਦਾ ਸੀ। ਤਰੁਣ ਖੈਤਾਨ ਆ, ਵਾਈਸ ਡੀਨ ਆਫ ਲਾਅ ਐਟ ਆਕਸਫੋਰਡ ਯੂਨੀਵਰਸਿਟੀ, ਠੀਕ ਹੈ। ਉਹ ਲਿਖ ਰਿਹਾ ਵੀ what we have now is a wolf in a sheep's clothing, ਕਿ ਸਾਡੇ ਕੋਲ ਭੇੜੀਆ ਆ ਇੱਕ ਭੇਡੂ ਦੀ ਖਲ ਦੇ ਵਿੱਚ। ਤੇ ਆਈ ਥਿੰਕ ਇਸ ਚੀਜ਼ਾਂ ਦਾ ਜੋ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਹਿਣ ਦੀ, ਇਹ ਚੀਜ਼ਾਂ ਦਾ ਆਪਾਂ ਨੂੰ ਖਿਆਲ ਰੱਖਣਾ ਪੈਣਾ। ਦੋਸਤੋ, ਤੁਸੀਂ ਸਾਡੇ ਨਾਲ ਜੁੜੇ ਹੋ ਹਨੀ ਵਾਲੀਆ ਸ਼ੋਜ਼ ਤੇ, ਬਹੁਤ ਧੰਨਵਾਦ ਤੁਹਾਡਾ। ਤੁਸੀਂ ਸਾਡੇ ਨਾਲ ਜੁੜੇ ਹੋ, ਸਾਨੂੰ ਸੁਝਾਅ ਦੇ ਰਹੇ ਹੋ, ਸਾਨੂੰ ਪਰਸਨਲ ਕਮੈਂਟਸ ਵੀ ਆ ਰਹੇ ਨੇ, ਫੋਨਸ ਆ ਰਹੇ ਨੇ, ਮੈਸੇजेस ਆ ਰਹੇ ਨੇ। ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਜੇ ਕੋਈ ਸਾਡਾ ਦੋਸਤ ਮਿੱਤਰ ਸਾਡੇ ਨਾਲ ਆ ਕੇ ਡਿਸਕਸ਼ਨ ਕਰਨਾ ਚਾਹੁੰਦਾ ਇਸ ਮਾਮਲੇ ਦੇ ਉੱਤੇ, ਜਾਂ ਕੋਈ ਕਿਤੇ ਆਪਣੇ ਨਾਲ ਕੋਈ ਸਾਡੇ ਆਪਦੇ ਸੁਭਾਅ ਦੱਸਣਾ ਚਾਹੁੰਦਾ, ਜਾਂ ਕੋਈ ਉਹਨਾਂ ਕੋਲ ਨੌਲੇਜ ਹੈ ਸਾਡੇ ਨਾਲ ਸ਼ੇਅਰ ਕਰਨਾ, ਪਲੀਜ਼ ਸਾਡੇ ਨਾਲ ਜੁੜੋ। ਮੈਂ ਤੇ ਸਾਡੇ ਸਾਥੀ ਪਲੀਜ਼ ਇਜਾਜ਼ਤ ਲੈਂਦੇ ਹਾਂ। ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਨੈਕਸਟ ਵੀਕ। ਸਤਿ ਸ਼੍ਰੀ ਅਕਾਲ।